ਮਗਰ ਨਾਲ ਇਹ ਵੀ ਹੋਇਆ ਕਿ ਹਿੰਦੂਆਂ ਨੇ ਕਿਹਾ, ਸਿੱਖਾਂ ਨੇ ਕਿਹਾ ਸਾਨੂੰ ਹੋਰ ਜ਼ਿਆਦਾ ਪੋਜੀਸ਼ਨ ਦਿਓ। ਉਹਨਾਂ ਨੇ ਕਿਹਾ ਫਾਰਮੂਲਾ ਜਿਹੜਾ ਦਿੱਤਾ ਸੀ ਕਿ 40% ਮੁਸਲਿਮਸ, 30% ਹਿੰਦੂ ਐਂਡ 30% ਸਿੱਖ। ਓਕੇ, ਇਹ ਡਿਮਾਂਡ ਕਰਤੀ ਸਿੱਖਾਂ ਨੇ। ਸੋ ਕੰਪਲੀਟਲੀ ਰਾਊਟਡ ਮੁਸਲਿਮ ਲੀਗ। ਓਕੇ, ਲੇਕਿਨ ਉਹਦੇ ਬਾਅਦ ਫਿਰ ਜਿਨ੍ਹਾਂ ਸਾਹਿਬ ਦੀ ਲੀਡਰਸ਼ਿਪ ਦਾ ਜ਼ਿਕਰ ਹੋਣਾ ਚਾਹੀਦਾ ਹੈ ਕਿ ਇੱਕ ਆਮ ਲੀਡਰ ਜਿਹੜਾ ਹੈ ਉਹ ਇਹਨਾਂ ਹਾਲਾਤ ਵਿੱਚ ਤੇ ਗਿਵ ਅਪ ਕਰ ਦਿੰਦਾ ਹੈ ਨਾ। ਜਦੋਂ ਇਲੈਕਸ਼ਨ ਹੋਇਆ ਔਰ ਸਾਰੇ ਹਿੰਦੁਸਤਾਨ ਵਿੱਚ ਮੁਸਲਿਮ ਲੀਗ ਨੂੰ ਬੁਰੀ ਤਰ੍ਹਾਂ ਨਾਕਾਮੀ ਹੋਈ, ਜਿਨ੍ਹਾਂ ਸਾਹਿਬ ਦੀ ਜੇ ਪੂਰੀ ਸਪੀਚ ਪੜ੍ਹ ਲਓ ਤੇ ਉਹਦੇ 'ਚ ਕਲੀਅਰਲੀ ਹੀ ਸੇਜ਼ ਕਿ ਅਸੀਂ ਬਿਲਕੁਲ ਹਿੰਦੂਆਂ ਦੇ ਨਾਲ ਨਹੀਂ ਰਹਿ ਸਕਦੇ। ਸੁੰਦਰ ਸਿੰਘ ਮਜੀਠੀਆ ਸੈਡ ਕਿ ਜੇ ਤੁਸੀਂ ਇੱਕ ਕਮਿਊਨਲ ਹਕੂਮਤ ਪੰਜਾਬ ਤੇ ਇੰਪੋਜ਼ ਕਰੋਗੇ ਤੇ ਅਸੀਂ ਉਹਨੂੰ ਨਹੀਂ ਮੰਨਾਂਗੇ। ਮਾਸਟਰ ਤਾਰਾ ਸਿੰਘ ਦੇ ਵੀ ਫੋਲੋ ਅਪ ਕਿ ਵੀ ਵਿਲ ਨੈਵਰ ਲਿਵ ਅੰਡਰ ਮੁਸਲਿਮ ਕਮਿਊਨਲ ਰੂਲ। ਇਹ ਲਿਹਾਜ਼ਾ ਸਿੱਖਾਂ ਦੀ ਪੋਜੀਸ਼ਨ ਪੈ। ਉਸ ਤੋਂ ਕਾਂਗਰਸ ਨੇ ਆਪਣੀ ਮਿਨਿਸਟਰੀਜ਼ ਡਿਜ਼ਾਈਨ ਕਰਵਾਤੀਆਂ ਕਿ ਅਸੀਂ ਨਹੀਂ ਆਪਣਾ ਸਰਵ ਕਰਨਾ। ਮੇਰੇ ਖਿਆਲ ਇਹ ਬਹੁਤ ਵੱਡੀ ਬੇਵਕੂਫੀ ਸੀ। ਦੇਖੋ ਪੰਜਾਬ ਦੇ ਸਿੱਖਾਂ ਨੇ ਔਰ ਮੁਸਲਿਮ ਲੀਗ ਨੇ ਸੈਕੰਡ ਵਰਲਡ ਵਾਰ ਵਿੱਚ ਅੰਗਰੇਜ਼ਾਂ ਦਾ ਸਾਥ ਦਿੱਤਾ ਟੋਟਲ। ਦਿਸ ਟਾਈਮ ਬਿਕੋਜ਼ ਆਫ ਮੈਸ ਇਸਲਾਮਿਕ ਪ੍ਰੋਪੇਗੈਂਡਾ ਔਰ ਇਹ ਔਰ वो 96 ਸੀਟਸ ਜਾਂ ਜਿਹੜੇ ਰਿਜ਼ਰਵਡ ਸਨ ਫॉर ਮੁਸਲਿਮਸ they got 73 seats और 75 seats। सब गुंडिया ने कराया। ਇਹ ਸਾਰਾ ਡਾਇਰੈਕਟ ਐਕਸ਼ਨ ਦੇ ਵਿੱਚ ਗੁੰਡਾ ਐਲੀਮੈਂਟ ਦੇ ਬਗੈਰ ਕੋਈ ਐਜੀਟੇਸ਼ਨ ਨਹੀਂ ਚੱਲਦੀ। ਆਈ ਕੈਨ ਟੈਲ ਯੂ ਜਿਹੜਾ ਹੋਈਆਂ ਸਨ ਨਾ ਰਾਈਟਸ, ਕਿਉਂਕਿ ਹਿੰਦੂਆਂ ਨੂੰ ਕੋਈ ਇਹਨਾਂ ਲੜਨ ਦਾ ਸ਼ਾਇਦ ਨਹੀਂ ਸੀ ਐਕਸਪੀਰੀਅੰਸ। ਉਹ ਤੇ ਸਰਦਾਰ ਫਿਰ ਆਏ ਉਹਨਾਂ ਵੱਲੋਂ, ਕਿਉਂਕਿ ਪਹਿਲੇ ਹਮਲਾ ਤੇ ਮੁਸਲਮਾਨਾਂ ਨੇ ਕੀਤਾ ਨਾ ਹਿੰਦੂਆਂ ਸਿੱਖਾਂ ਤੇ। ਹਾਂਜੀ ਹਾਂਜੀ ਬਿਲਕੁਲ। खिजर कुत्ता हाय हाय, खिजर दल्ला हाय हाय जी, खिजर कुत्ता अपनी मां नाल सुता जी जी। चलो भी चलो एक चीज मिलेगी, क्या भाई क्या जी। खिजर की बेटी बाबा ही वाह। ਉਹਨੇ ਜਦੋਂ ਇਹਨਾਂ ਨੇ ਨਾਰੇ ਲਾਏ ਤੇ ਇੱਕ ਸ਼ਰੀਫ ਆਦਮੀ ਤੇ ਅਨਰਵ ਹੋ ਜਾਂਦਾ ਹੈ ਨਾ। ਲੇਕਿਨ ਉਹਦੇ ਅਨਰਵ ਹੋਣ ਦੀ ਵਜ੍ਹਾ ਇੱਕ ਹੋਰ ਵੀ ਸੀ। ਦੋ ਨੂੰ ਇਹਨਾਂ ਨੇ ਰਿਜ਼ਾਈਨ ਕੀਤਾ, ਤਿੰਨ ਨੂੰ ਮਾਸਟਰ ਤਾਰਾ ਸਿੰਘ ਨੇ ਤੇ ਸਿੱਖ ਲੀਡਰਾਂ ਨੇ ਪੰਜਾਬ ਯੂਨੀਅਨ ਅਸੈਂਬਲੀ ਤੋਂ ਬਾਹਰ ਨਿਕਲਦੇ ਹੋਏ ਨਾਰੇ ਮਾਰੇ, ਪਾਕਿਸਤਾਨ ਮੁਰਦਾਬਾਦ, ਅਸੀਂ ਪਾਕਿਸਤਾਨ ਨਹੀਂ ਬਣਨ ਦਿਆਂਗੇ। ਔਰ ਸਿੱਖਾਂ ਨੇ ਆਪਣੀ ਔਰਤਾਂ ਨੂੰ ਖੁਦ ਵੀ ਮਾਰਿਆ, ਗਰਦਨਾਂ ਕੱਟੀਆਂ ਔਰ ਇਹ ਕੀਤੀਆਂ ਆਨਰ ਕਿਲਿੰਗ, ਮੁਸਲਮਾਨਾਂ ਦੇ ਹੱਥ 'ਚ ਨਾ ਆ ਜਾਣ। ਨਾਟ ਮੁਹੰਮਦ ਅਲੀ ਜਿਨਾ, ਨਾਟ ਲਿਆਕਤ ਅਲੀ ਖਾਨ, ਨਾਟ ਦ ਪ੍ਰੈਜ਼ੀਡੈਂਟ ਆਫ ਪੰਜਾਬ ਮੁਸਲਿਮ ਲੀਗਸ ਨਵਾਬ ਬਮਡੋਟ ਜੀ ਐਂਡ ਐਨੀਵਨ ਐਲਸ। ਕੋਈ ਬਿਆਨ ਨਹੀਂ ਹੈਗਾ ਪਬਲਿਕ ਵਿੱਚ, ਨੈਵਰ। ਹਾਂਜੀ, ਤੁਸੀਂ 1937 ਤੋਂ ਬਾਅਦ ਤੇ ਹੁਣ ਆਪਾਂ ਜਿਵੇਂ ਪਹੁੰਚ ਹੀ ਗਏ ਹਾਂ 1937, ਯਾਨੀ ਕਿ ਇਹ ਉਹ ਮੌਕਾ ਆ ਕਿ ਜਦੋਂ ਪਾਕਿਸਤਾਨ ਦੀ ਡਿਮਾਂਡ ਹਜੇ ਰੱਖੀ ਨਹੀਂ ਗਈ, ਯਾਨੀ ਕਿ 1940 ਦੇ ਵਿੱਚ ਜਿਹੜਾ ਲਾਹੌਰ ਤੋਂ ਪਹਿਲਾਂ। ਜੇ ਤੁਸੀਂ ਉਸ ਕੁਛ ਪੀਰੀਅਡ ਦੇ ਵਿੱਚ ਵੀ ਦੀ ਕੋਈ ਜਿਹੜੀਆਂ ਮੇਨ ਘਟਨਾਵਾਂ ਤੁਸੀਂ ਦੱਸਣੀਆਂ ਚਾਹੋ ਤਾਂ ਉਹ ਤੁਸੀਂ ਉਹਨਾਂ ਦਾ ਜ਼ਿਕਰ ਕਰੋ ਪਲੀਜ਼। ਉਹ ਇਸ ਤਰ੍ਹਾਂ ਹੈ, ਇੱਕ ਤੇ ਥੋੜਾ ਬੈਕਗਰਾਉਂਡ ਵਿੱਚ ਆਈਏ ਜੀ, ਕਿ ਜਦੋਂ ਮੈਂ ਦੱਸਿਆ ਕਿ ਪੰਜਾਬ ਦੇ ਵਿੱਚ ਸੈਪਰੇਟ ਇਲੈਕਟੇਡਸ ਉਹਨਾਂ ਨੇ ਸਿੱਖਾਂ ਨੂੰ ਦੇ ਦਿੱਤੇ ਜੀ, ਉਹਦੇ ਨਾਲ ਨੁਕਸਾਨ ਕੀ ਹੋਇਆ ਕਿ ਸਿੱਖਾਂ ਨੂੰ ਵੇਟੇਜ ਵੀ ਮਿਲ ਗਈ ਨਾ। ਫਿਰ ਬਿਲਕੁਲ ਬਿਲਕੁਲ ਮਿਲੀ। ਹਾਂਜੀ, ਉਹਨਾਂ ਦੀ ਪਰਸੈਂਟੇਜ ਸੀ 13.2%, ਉਹਨਾਂ ਨੂੰ 18 ਪੁਆਇੰਟ ਸਮਥਿੰਗ ਮਿਲ ਗਈ ਜੀ। ਮੁਸਲਮਾਨਾਂ ਦੀ ਸੀ 55%, ਉਹਨਾਂ ਨੂੰ 50% ਹੋ ਗਈ ਜੀ। ਔਰ ਹਿੰਦੂਆਂ ਦੀ ਸੀ 29%, ਉਹਨਾਂ ਦੀ ਵੀ ਵਧਾਤੀ ਗਈ। ਸੋ ਦ ਮੇਨ ਲੂਜ਼ਰਸ all India level ਤੇ Hindus were the losers ਜੀ, separate electorates for Muslims and weightage to Muslims। ਪੰਜਾਬ ਦੇ ਵਿੱਚ the Muslims were losers, okay ਜੀ, and the main gainers were Sikhs and in a slightly less way Hindus। ਮਗਰ ਨਾਲ ਇਹ ਵੀ ਹੋਇਆ ਕਿ ਹਿੰਦੂਆਂ ਨੇ ਕਿਹਾ, ਸਿੱਖਾਂ ਨੇ ਕਿਹਾ ਸਾਨੂੰ ਹੋਰ ਜ਼ਿਆਦਾ ਪੋਜੀਸ਼ਨ ਦਿਓ। ਉਹਨਾਂ ਨੇ ਕਿਹਾ ਫਾਰਮੂਲਾ ਜਿਹੜਾ ਦਿੱਤਾ ਸੀ ਕਿ 40% ਮੁਸਲਿਮਸ, 30% ਹਿੰਦੂ ਐਂਡ 30% ਸਿੱਖ। ਓਕੇ, ਇਹ ਡਿਮਾਂਡ ਕਰਤੀ ਸਿੱਖਾਂ ਨੇ ਜੀ। ਲਿਹਾਜ਼ਾ ਤੁਸੀਂ ਦੇਖਦੇ ਹੋ ਕਿ ਪੰਜਾਬ ਦੇ ਵਿੱਚ ਸੈਪਰੇਟ ਇਲੈਕਟ੍ਰੇਟਸ ਔਰ ਵੇਟੇਜ ਦਾ ਜਿਹੜਾ ਰੋਲ ਹੈ ਉਹ ਇੰਡੀਆ ਦੇ ਵਿੱਚ ਜੋ ਮੁਸਲਮਾਨਾਂ ਦਾ ਰੋਲ ਹੈ ਨਾ ਵਿਜ਼ਵੀ ਕਾਂਗਰਸ ਪਾਰਟੀ, ਉਹ ਇੱਧਰ ਮੁਸਲਮਾਨਾਂ ਦੇ ਨਾਲ ਸਿੱਖਾਂ ਦਾ ਹੋ ਗਿਆ। ਬਿਲਕੁਲ, ਹਾਂਜੀ। ਲਿਹਾਜ਼ਾ ਇਹ ਇਸ ਕਿਸਮ ਦੇ ਪ੍ਰੋਬਲਮਸ ਹਨ। ਇੱਕ ਹੋਰ ਗੱਲ ਵੀ ਮੈਂ ਨਾਲ ਕਹਿੰਦਾ ਜਾਵਾਂ ਜੀ,
ਜਦੋਂ ਸੈਂਸਸ ਪੰਜਾਬ ਵਿੱਚ ਆਏ ਤੇ ਅਜੀਬ ਗੱਲ ਹੈ, ਮੁਸਲਮਾਨਾਂ ਨੇ ਉਦੋਂ ਹੀ ਉਹਨਾਂ ਦੇ ਲੀਡਰਸ ਨੇ ਹੂੰ, ਸਰ ਮੀਆਂ ਮੁਹੰਮਦ ਸ਼ਫੀ ਨੇ ਔਰ ਇਹਨਾਂ ਨੇ ਡਿਕਲੇਅਰ ਕਰਤਾ ਕਿ ਜੀ ਉਰਦੂ ਸਾਡੀ ਨੈਸ਼ਨਲ ਜ਼ੁਬਾਨ ਹੈ, ਜੀ, ਜੀ, ਔਰ ਹਿੰਦੂਆਂ ਨੇ ਕਿਹਾ ਕਿ ਹਿੰਦੀ ਸਾਡੀ ਮਦਰ ਟੰਗ ਹੈ, ਜੀ, ਔਰ ਸਿੱਖਾਂ ਨੇ ਕਿਹਾ ਪੰਜਾਬੀ ਸਾਡੀ ਮਦਰ ਟੰਗ ਹੈ, ਮੁਸਲਮਾਨਾਂ ਨੇ ਕਿਹਾ ਉਰਦੂ ਸਾਡੀ ਮਦਰ ਟੰਗ ਹੈ। ਜੀ, ਜੀ, ਲਿਹਾਜ਼ਾ ਇੱਕ ਹੋਰ ਕੰਪਲਿਕੇਸ਼ਨ ਪੰਜਾਬ ਵਿੱਚ ਵੀ ਹੈ, ਜਿਹੜੀਆਂ ਸਾਰੀ ਚੀਜ਼ਾਂ ਇਹ ਹੁੰਦੀਆਂ ਨੇ ਬੈਕਗ੍ਰਾਉਂਡ ਵਿੱਚ, ਹੂੰ, ਫਿਰ ਜਦੋਂ ਇਹਨੂੰ ਪੋਲੀਟੀਕਲੀ ਆਦਮੀ ਐਕਸਪਲੋਇਟ ਕਰਦਾ ਹੈ ਤੇ ਉਹਨਾਂ ਦਾ ਇੰਪੈਕਟ ਬਹੁਤ ਵੱਧ ਜਾਂਦਾ ਹੈ। ਸਮਝ ਗਏ ਬਿਲਕੁਲ, ਤੁਸੀਂ? ਹਾਂਜੀ, ਬਿਲਕੁਲ, ਦੈਟ ਇਜ਼ ਵਾਟ ਆਮ। ਅੱਛਾ, 1937 ਵਿੱਚ ਕੀ ਹੁੰਦਾ ਹੈ? ਹੂੰ, 1937 ਵਿੱਚ ਪਹਿਲਾ ਪ੍ਰੋਵਿੰਸ਼ੀਅਲ ਇਲੈਕਸ਼ਨ ਹੋਇਆ ਅੰਡਰ ਦਾ 1935 ਐਕਟ। ਜੀ, ਠੀਕ ਹੈ, 1935 ਐਕਟ ਦੇ ਵਿੱਚ ਉਹਨਾਂ ਨੇ ਵੋਟਿੰਗ ਰਾਈਟਸ ਖਾਸੇ ਵਧਾਤੇ, ਬਟ ਐਕਚੁਅਲੀ they count only to 11% of the total Indian population. ਜੀ, 11% only, ਜੀ, ਜੀ, which means it was roughly 28% of the grown up population. ਜੀ, ਲਿਹਾਜ਼ਾ ਸਾਰਿਆਂ ਨੂੰ ਵੋਟ ਨਹੀਂ ਦਿੱਤਾ, ਐਡਲਟ ਫਰੈਂਚਾਈਜ਼ ਨਹੀਂ ਸੀ। ਹੂੰ, ਅੱਛਾ, 1930 ਅੱਛਾ ਜੋ ਇਲੈਕਸ਼ਨ ਹੋਏ ਜੀ, ਤੇ ਕਾਂਗਰਸ ਨੇ ਔਰ ਮੁਸਲਿਮ ਲੀਗ ਨੇ ਜਿਹੜੇ ਮੈਨੀਫੈਸਟੋ ਬਣਾਏ ਉਹ ਇੱਕ ਦੂਸਰੇ ਨਾਲ ਮਿਲਦੇ ਜੁਲਦੇ ਹੀ ਨੇ, ਉਹਨਾਂ 'ਚ ਕੋਈ ਵੱਡਾ ਫਰਕ ਨਹੀਂ ਹੈ। ਹੂੰ, ਫਰਕ ਸਿਰਫ ਇੰਨਾ ਹੈ ਕਿ ਕਾਂਗਰਸ ਨੇ ਕਿਹਾ ਕਿ ਅਸੀਂ ਇੱਕ ਸਟਰੋਂਗ ਫੈਡਰੇਸ਼ਨ ਬਣਾਉਣਾ ਚਾਹੁੰਦੇ ਹਾਂ, ਹੂੰ, ਔਰ ਉਹਦੇ ਵਿੱਚ ਅਸੀਂ ਯਾਨੀ ਜਵਾਹਰ ਲਾਲ ਨਹਿਰੂ ਨੇ 1936 ਚ ਕਹਿ ਵੀ ਦਿੱਤਾ ਗਲਤੀ ਨਾਲ ਹੂੰ, ਕਿ ਅਸੀਂ ਇੱਕ ਸੋਸ਼ਲਿਸਟ ਇੰਡੀਆ ਬਣਾਵਾਂਗੇ ਜੀ, ਔਰ ਜੀ, ਜ਼ਿਮੀਂਦਾਰੀ ਸਿਸਟਮ ਅਸੀਂ ਖਤਮ ਕਰ ਦਿਆਂਗੇ। ਹਾਂਜੀ, ਮੈਨੂੰ ਲੱਗਦਾ ਇਸ ਤੋਂ ਬਾਅਦ ਹੀ ਕਾਂਗਰਸ ਨੂੰ ਯਾਨੀ ਕਿ ਸੌਰੀ ਬ੍ਰਿਟਿਸ਼ ਨੂੰ ਡਰ ਲੱਗਣ ਲੱਗ ਗਿਆ ਕਿ ਜੇ ਅਸੀਂ ਕਦੇ ਛੱਡ ਕੇ ਵੀ ਗਏ ਤੇ ਨਹਿਰੂ ਸਾਹਿਬ ਦਾ ਜਿਹੜਾ ਝੁਕਾਅ ਆ ਉਹ ਕੁਝ ਸੋਵੀਅਤ ਵੱਲ ਜ਼ਿਆਦਾ ਹੈ। ਬਿਲਕੁਲ ਸਹੀ ਹੈ, ਬਹੁਤ ਖੂਬ, ਤੁਸੀਂ ਬਹੁਤ ਖੂਬਸੂਰਤ ਇਹ ਗੱਲ ਕੀਤੀ ਹੈ, ਜਿਹੜੀ ਬਾਕੀ ਜਿਨ੍ਹਾਂ ਨੇ ਮੇਰੇ ਨਾਲ ਇੰਟਰਵਿਊ ਕੀਤਾ ਹੈ, ਉਹਨਾਂ ਨੂੰ ਇਹ ਸਮਝ ਨਹੀਂ ਆਈ ਗੱਲ ਦੀ। ਜੀ, ਮੈਂ ਜੀ, ਸਮਝਾ ਕੇ ਥੱਕ ਗਿਆ। ਜੀ, ਉਦੋਂ ਤੋਂ ਦ ਬ੍ਰਿਟਿਸ਼ ਵਰ ਵੈਰੀ, ਬਲਕਿ ਮੇਰੀ ਤੁਸੀਂ ਕਿਤਾਬ ਪੜ੍ਹਨਾ ਜੀ, ਪੰਜਾਬ ਪਾਰਟੀਸ਼ਨ ਵਿੱਚ, ਉੱਥੇ ਇੱਕ ਜਗ੍ਹਾ ਤੇ ਆਈ ਥਿੰਕ ਲਿਖਿਆ ਹੈ ਜੀ, ਗਵਰਨਰ ਐਮਰਸਨ ਨੇ ਜੀ, ਕਿ ਗਾਂਧੀ ਤੋਂ ਜ਼ਿਆਦਾ ਡੇਂਜਰਸ ਤੇ ਨਹਿਰੂ ਹੈਗਾ ਹੈ। ਜੀ, ਜੀ, ਹਾਂਜੀ, ਇਹ ਤੁਸੀਂ ਪੜ੍ਹ ਲੈਣਾ, ਪੰਜਾਬ ਹਾਂਜੀ, ਵਾਲੀ ਹਾਂਜੀ, ਕਿਤਾਬ ਵਿੱਚ ਵੀ ਹੈ। ਹਾਂਜੀ, ਹਾਂਜੀ ਹਾਂਜੀ, ਹਾਂਜੀ, ਹਾਂ। ਲਿਹਾਜ਼ਾ ਸੋ ਇਲੈਕਸ਼ਨ ਹੁੰਦਾ ਹੈ। ਅੱਛਾ, ਮੁਸਲਿਮ ਲੀਗ ਨੇ ਕਿਹਾ ਕਿ ਅਸੀਂ ਤੇ ਡੀਸੈਂਟਰਲਾਈਜ਼ਡ ਜ਼ਿਆਦਾ ਪਾਵਰ ਪ੍ਰੋਵਿੰਸਿਸ ਕੋਲ ਹੋਣ, ਉਹਦੇ ਹੱਕ 'ਚ ਹੈਗੇ ਆ। ਹੂੰ, ਹੂੰ, ਸੈਂਟਰ ਕੋਲ ਬਸ ਇੱਕ ਦੋ ਗੱਲਾਂ ਹੀ ਹੋਣ, ਨਾਟ ਮੋਰ। ਜੀ, ਇਲੈਕਸ਼ਨ ਹੋਇਆ, ਕਾਂਗਰਸ ਹਿੰਦੂ ਮੈਜੋਰਿਟੀ ਪ੍ਰੋਵਿੰਸਿਸ ਵਿੱਚ ਕਲੀਨ ਸਵੀਪ ਹੋ ਗਈ, ਜੀ, ਹਰ ਜਗ੍ਹਾ ਜਿੱਤ ਗਏ। ਹੂੰ, ਮੁਸਲਿਮ ਲੀਗ ਮੁਸਲਿਮ ਮੈਜੋਰਿਟੀ ਪ੍ਰੋਵਿੰਸਿਸ ਵਿੱਚ ਟੋਟਲੀ ਰਾਊਟਡ, ਕਿਧਰੇ ਵੀ ਬਿਲਕੁਲ, ਕੁਝ ਨਹੀਂ ਮਿਲਿਆ। ਹੂੰ, ਹੂੰ, ਈਵਨ ਬੰਗਾਲ ਵਿੱਚ ਜ਼ਰਾ ਬਿਹਤਰ ਮਿਲਿਆ, ਲੇਕਿਨ ਉਹਦੇ 'ਚ ਹੁੰਦੀਆਂ ਸਨ 84 ਸੀਟਸ, ਜੀ, 44 ਇੱਕ ਹੋਰ ਮੁਸਲਿਮ ਪਾਰਟੀ ਨੂੰ ਮਿਲੀਆਂ, ਹੂੰ, ਗਾਲਿਬਨ ਕ੍ਰਿਸ਼ਕ ਸ਼੍ਰਾਮਿਕ ਪਾਰਟੀ ਨੂੰ, ਮੇਰਾ ਖਿਆਲ ਹੈ। ਜੀ, ਮੁਸਲਿਮ ਲੀਗ ਨੂੰ ਸਿਰਫ 40 ਸੀਟਸ ਮਿਲੀਆਂ, ਜੀ, 44 ਦੂਸਰੀ ਮੁਸਲਿਮ ਸੀ, ਜਿਹੜੀ ਕਿ ਮੁਸਲਿਮ ਲੀਗ ਦੇ ਖਿਲਾਫ ਸੀ, ਮਿਲੀਆਂ। ਜੀ, ਠੀਕ ਹੈ, ਜੀ, ਜੀ, ਲੇਕਿਨ ਪੰਜਾਬ ਵਿੱਚ 2 ਸੀਟਸ ਮਿਲੀਆਂ, ਜਿਹਨਾਂ ਚੋਂ ਇੱਕ ਹੋ ਗਈ ਕਿਉਂਕਿ ਇਲੈਕਟਡ ਜਿਹੜੇ 2 ਬੰਦੇ ਸਨ, ਇੱਕ ਨੇ ਕ੍ਰਾਸ ਕਰਤੇ ਪੰਜਾਬ ਯੂਨੀਅਨਿਸਟ ਪਾਰਟੀ ਜੁਆਇਨ ਕਰ ਲਈ। ਓਕੇ, ਸਿੰਧ ਵਿੱਚ ਇੱਕ ਸੀਟ ਨਹੀਂ ਮਿਲੀ, ਹੂੰ, ਨਾਰਥ ਵੈਸਟ ਫਰੰਟੀਅਰ ਵਿੱਚ ਇੱਕ ਸੀਟ ਨਹੀਂ ਮਿਲੀ, ਜੀ, ਬਲੋਚਿਸਤਾਨ ਵਿੱਚ ਤੇ ਉਦੋਂ ਇਲੈਕਸ਼ਨ ਨਹੀਂ ਸਨ ਹੁੰਦੇ। ਓਕੇ, ਸੋ ਕੰਪਲੀਟਲੀ ਰਾਊਟਡ ਮੁਸਲਿਮ ਲੀਗ। ਓਕੇ, ਲੇਕਿਨ ਉਹਦੇ ਬਾਅਦ ਫਿਰ ਜਿਨਾ ਸਾਹਿਬ ਦੀ ਹੁਣ ਲੀਡਰਸ਼ਿਪ ਦਾ ਜ਼ਿਕਰ ਹੋਣਾ ਚਾਹੀਦਾ ਹੈ ਕਿ ਇੱਕ ਆਮ ਲੀਡਰ ਜਿਹੜਾ ਹੈ ਉਹ ਇਹਨਾਂ ਹਾਲਾਤ ਵਿੱਚ ਤੇ ਗਿਵ ਅਪ ਕਰ ਦਿੰਦਾ ਹੈ ਨਾ। ਬਿਲਕੁਲ, ਮੁਸਲਿਮ ਅੱਛਾ, ਕਾਂਗਰਸ ਨੇ ਇੱਕ ਦੋ ਗਲਤੀਆਂ ਕੀਤੀਆਂ ਨੇ ਜਿਹੜੇ ਕਿ ਇੰਡੀਅਨ ਹਿਸਟੋਰੀਅਨ ਮੰਨਣਾ ਪਸੰਦ ਨਹੀਂ ਕਰਦੇ। ਹਾਂਜੀ, ਉਹ ਕਹਿੰਦੇ ਨੇ ਜੀ ਕੋਈ ਐਸਾ ਫੈਸਲਾ ਨਹੀਂ ਸੀ ਯੂਪੀ ਵਿੱਚ ਕਿ ਇਲੈਕਸ਼ਨ ਤੋਂ ਪਹਿਲੇ ਮੁਸਲਿਮ ਲੀਗ ਔਰ ਕਾਂਗਰਸ ਦੇ ਜਿਹੜੇ ਲੀਡਰ ਸਨ ਉਹ ਮਿਲੇ ਸਨ ਔਰ ਉਹਨਾਂ ਨੇ ਕਿਹਾ ਸੀ no matter what the election results, we'll form a coalition government. ਜੀ, ਜਦੋਂ ਇਲੈਕਸ਼ਨ ਹੋਇਆ ਔਰ ਸਾਰੇ ਹਿੰਦੁਸਤਾਨ ਵਿੱਚ ਮੁਸਲਿਮ ਲੀਗ ਨੂੰ ਬੁਰੀ ਤਰ੍ਹਾਂ ਨਾਕਾਮੀ ਹੋਈ, ਹੂੰ, ਹੂੰ, ਤੇ ਫਿਰ ਕਾਂਗਰਸ ਦੇ ਲੀਡਰਸ ਨੇ ਕਿਹਾ, ਇਨਕਲੂਡਿੰਗ ਦ ਮੁਸਲਿਮ ਲੀਡਰਸ, ਜੀ, ਮੌਲਾਨਾ ਆਜ਼ਾਦ ਜੀ, ਜੀ, ਔਰ
ਕਿਦਵਾਈ, ਯੂ ਜੀ نو ਜੀ ਜੀ ਵੈਰੀ ਕਲੋਜ਼ ਟੂ ਨਹਿਰੂ ਐਂਡ ਸਾਰਿਆਂ ਪਲੱਸ ਉਹਨਾਂ ਨੇ ਕਿਹਾ ਕਿ ਉੱਥੋਂ ਦੇ ਮੁਸਲਿਮ ਲੀਗ ਦੇ ਟਿਕਟ ਤੇ ਜਿਹੜੇ ਇਲੈਕਟ ਹੋਏ ਸਨ, ਮਗਰ ਚੰਦ ਲੋਕ ਹੀ ਇਲੈਕਟ ਹੋਏ ਸਨ ਕਿ ਜੇ ਤੁਸੀਂ ਮਿਨਿਸਟਰੀ ਜੁਆਇਨ ਕਰਨੀ ਹੈ ਨਾ ਤੇ ਰਿਜ਼ਾਈਨ ਕਰੋ ਔਰ ਜੁਆਇਨ ਕਰੋ ਕਾਂਗਰਸ, ਓਕੇ ਉਹਦੇ ਬਾਅਦ ਵੀ ਵਿਲ ਕੰਸੀਡਰ ਯੂ। ਹੁਣ ਇੰਡੀਅਨ ਹਿਸਟੋਰੀਅਨ ਕਹਿੰਦੇ ਨੇ ਜੀ ਕਿ ਇਹ ਤੇ ਆਈਡੀਓਲੋਜੀ ਐਸੀ ਸੀ ਕਿ ਕਿਉਂਕਿ ਮੁਸਲਿਮ ਲੀਗ ਇੱਕ ਕਮਿਊਨਲ ਪਾਰਟੀ ਸੀ, ਲਿਹਾਜ਼ਾ ਕਾਂਗਰਸ ਕਦੀ ਉਹਨਾਂ ਨਾਲ ਕੋਲੀਸ਼ਨ ਗਵਰਨਮੈਂਟ ਨਹੀਂ ਸੀ ਬਣਾ ਸਕਦੀ ਔਰ ਐਸਾ ਕੋਈ ਫੈਸਲਾ ਨਹੀਂ ਸੀ, ਇਹ ਚੰਦ ਲੋਕਾਂ ਦਾ ਇੱਕ ਆਈਡੀਆ ਹੈ। ਦੂਸਰੀ ਰਿਸਰਚ ਕੁਝ ਹੋਰ ਸ਼ੋ ਕਰਦੀ ਹੈ, ਮੇਰੇ ਖਿਆਲ ਨਾਲ ਕੋਈ ਰਿਟਨ ਐਗਰੀਮੈਂਟ ਨਹੀਂ ਸੀ, ਜੀ ਕੋਈ ਜੈਂਟਲਮੈਨਸ ਅੰਡਰਸਟੈਂਡਿੰਗ ਹੋਣੀ ਹੈ ਜਿਹੜੀ ਜਦੋਂ ਇਲੈਕਸ਼ਨ ਹੋ ਗਿਆ ਜੀ ਜੀ ਤੇ ਫਿਰ ਕਾਂਗਰਸ ਨੇ ਕਿਹਾ ਅਸੀਂ ਕਿਉਂ ਮੰਨੀਏ ਮੁਸਲਿਮ ਲੀਗ ਨੂੰ, ਉਹਦੇ ਨਾਲ ਤੇ ਮੁਸਲਮਾਨ ਹੈ ਨਹੀਂ। ਬਿਲਕੁਲ ਹਾਂਜੀ, ਰਿਜ਼ਲਟ ਤੋਂ ਹਾਂ। ਲੱਗਦਾ ਵੀ ਇਹੀ ਆ। ਹਾਂ, ਉਸ ਮੌਕੇ ਤੇ ਫਿਰ ਜਿਨ੍ਹਾਂ ਨੇ ਕਿਹਾ ਕਿ ਔਰ ਉਹਨੇ ਪੰਜਾਬ ਜਿਹੜਾ ਗਵਰਨਰ ਸੀ ਬੰਬੇ ਦਾ ਬ੍ਰੈਡਬੋਨ, ਉਹਨੂੰ ਕਿਹਾ ਕਿ ਫਰੋਮ ਨਾਓ ਔਨ ਆਈ ਵਿਲ ਯੂਜ਼ ਕਮਿਊਨਲਿਜ਼ਮ ਕਿ ਤੁਸੀਂ ਮਜ਼ਹਬੀ ਬੁਨਿਆਦ ਤੇ ਮੁਸਲਮਾਨਾਂ ਨੂੰ ਬਾਕੀ ਕਮਿਊਨਿਟੀਜ਼ ਤੋਂ ਅਲੱਗ ਕਰਨਾ ਹੈ, ਦਿਸ ਇਜ਼ ਕਮਿਊਨਲਿਜ਼ਮ। ਬਿਲਕੁਲ ਤੇ ਉਹਦੇ ਬਾਅਦ ਫਿਰ 1937 ਦੇ ਬਾਅਦ ਮੇਹਲ ਇੱਕ ਇੰਪੋਰਟੈਂਟ ਇਵੈਂਟ ਹੈਗਾ 1940 ਜਨਵਰੀ ਦੇ ਵਿੱਚ ਜੀ ਬੰਬੇ ਦੇ ਵਿੱਚ ਕਾਇਦੇ ਆਜ਼ਮ ਦੇ ਘਰ ਮਾਲਾਬਾਰ ਹਿੱਲ ਵਾਲੇ ਜੀ ਡਾਕਟਰ ਅੰਬੇਦਕਰ ਆਏ, ਜੀ ਦਲਿਤ ਲੀਡਰ, ਬਿਲकुल और मिस्टर पेरियार जी who was the leader of the Dravidians। हाँ जी, जी जी ਇਹਨਾਂ ਦੀ ਕੋਈ 2 ਦਿਨ ਗੱਲਬਾਤ ਹੋਈ, ਲੋਕਾਂ ਦੇ ਵਿੱਚ ਖਿਆਲ ਸੀ ਕਿ ਕਿਆ ਹੋ ਸਕਦਾ ਹੈ ਤਿੰਨੋਂ ਲੀਡਰ ਇੱਕ ਆਲਟਰਨੇਟਿਵ ਪਾਰਟੀ ਬਣਾ ਲੈਣ ਕਾਂਗਰਸ ਦੀ ਟੱਕਰ ਤੇ, ਕਿਉਂਕਿ ਜੇ ਸਾਰੇ ਮੁਸਲਮਾਨ ਜਾਂ ਬਹੁਤ ਮੁਸਲਮਾਨ ਔਰ ਦਲਿਤ ਸਾਰੇ ਔਰ ਡਰਾਵਿਡੀਅਨ ਸਾਊਥ ਇਹਨਾਂ ਨਾਲ ਮਿਲ ਜਾਂਦਾ ਹੈ ਤੇ ਤਕਰੀਬਨ 19% ਹੋ ਜਾਂਦੀ ਹੈ ਨਾ ਦੋਨੋਂ ਪਾਰਟੀ ਦੀ ਸਪੋਰਟ ਦੀ। ਜੀ ਜੀ ਲੇਕਿਨ ਉਹਦਾ ਕੋਈ ਕਾਮਯਾਬੀ ਨਾ ਹੋਈ ਜੀ ਕਿਉਂਕਿ ਜਿਨ੍ਹਾਂ ਸਾਹਿਬ ਨੇ ਇਹ ਪਾਰਟੀ ਦੇ ਆਈਡੀਆ ਨੂੰ ਡਿਸਮਿਸ ਕਰਤਾ। ਜੀ ਉਹਨਾਂ ਨੇ ਕਿਹਾ ਕਿ ਠੀਕ ਹੈ ਤੁਸੀਂ ਸਾਊਥ ਵਿੱਚ ਡਿਮਾਂਡ ਕਰੋ ਸੈਪਰੇਟ ਡਰਾਵਿਡੀਅਨ ਸਟੇਟ, ਮੈਂ ਤੁਹਾਨੂੰ ਸਪੋਰਟ ਕਰਾਂਗਾ। ਔਰ ਅੰਬੇਦਕਰ ਨੂੰ ਕਿਹਾ ਕਿ ਤੁਸੀਂ ਆਪਣੀ ਡਿਮਾਂਡ ਕਰਦੇ ਰਹੋ, ਵੀ ਵਿਲ ਆਲਵੇਜ਼ ਸਪੋਰਟ ਯੂ। ਬਟ ਇੱਕ ਪਾਰਟੀ ਬਣਾ ਕੇ ਕਾਂਗਰਸ ਨੂੰ ਚੈਲੰਜ ਕਰਨਾ ਇਹਦੇ ਉਹ ਆਕਿਸ਼ ਨਹੀਂ ਸਨ ਜੀ। ਇਸ ਤੇ ਫਿਰ ਇੱਕ ਖੱਤ ਹੈਗਾ ਜਿਹੜਾ ਮੈਂ ਉੱਥੇ ਦਿਖਾਇਆ ਹੈ 16 ਜਨਵਰੀ 1940 ਦਾ ਮਹਾਤਮਾ ਗਾਂਧੀ ਦਾ ਜੀ ਟੂ ਮੁਹੰਮਦ ਅਲੀ ਜਿਨਾ ਸੇਇੰਗ ਮਾਈ ਡੀਅਰ ਕਾਇਦੇ ਆਜ਼ਮ so you are the only leader ਜੀ who can form an alternative national party ਜੀ against the Congress. ਜੀ You ਜੀ say that the Congress is an upper caste party. The Ji. Muslims, Dalits, and Dravidians can form another nationalist party to compete for democratic India. ਬਿਲਕੁਲ ਜਿਨਾ ਸਾਹਿਬ ਨੇ ਉਹਨੂੰ ਰਿਜੈਕਟ ਕਰਤਾ ਕਿਉਂਕਿ ਜਿਨਾ ਸਾਹਿਬ ਦੀ ਉਦੋਂ ਥਿਊਰੀ ਸੀ ਕਿ ਇੰਡੀਆ ਕੋਈ ਇੱਕ ਨੇਸ਼ਨ ਤੇ ਹੈ ਹੀ ਨਹੀਂ, ਲਿਹਾਜ਼ਾ ਇਹਨੂੰ ਯੂਨਾਈਟਿਡ ਰੱਖਣ ਦਾ ਕੋਈ ਤੁਕ ਹੀ ਨਹੀਂ ਹੈ। ਅਗਰ ਯੂਨਾਈਟਿਡ ਰੱਖਣਾ ਹੈ ਤੇ ਸਾਰੀ ਪਾਵਰਸ ਤੁਹਾਨੂੰ ਪ੍ਰੋਵਿੰਸਸ ਨੂੰ ਦੇਣੀਆਂ ਪੈਣਗੀਆਂ, ਬਲਕਿ ਕਮਿਊਨਿਟੀਜ਼ ਨੂੰ। ਉਹਨਾਂ ਦੀ ਥਿਊਰੀ ਸੀ ਨੈਸ਼ਨੈਲਿਟੀਜ਼ ਦੀ ਕਿ ਸਿੱਖ ਵੀ ਇੱਕ ਨੈਸ਼ਨੈਲਿਟੀ ਨੇ, ਮੁਸਲਮਾਨ ਵੀ ਇੱਕ ਨੈਸ਼ਨੈਲਿਟੀ ਨੇ, ਜੀ ਦਲਿਤ ਵੀ ਇੱਕ ਨੈਸ਼ਨੈਲਿਟੀ ਨੇ, ਡਰਾਵਿਡੀਅਨ ਵੀ ਇੱਕ ਨੈਸ਼ਨੈਲਿਟੀ ਨੇ ਔਰ ਹਿੰਦੂ ਵੀ ਇੱਕ ਨੈਸ਼ਨੈਲਿਟੀ ਨੇ। ਜੀ ਲਿਹਾਜ਼ਾ ਇਹ ਨੈਸ਼ਨੈਲਿਟੀਜ਼ ਦੀ, ਮਗਰ ਫਿਰ ਜਦੋਂ ਉਹਨਾਂ ਨੇ ਪ੍ਰੋਵਿੰਸਿਸ ਦੀ ਗੱਲ ਕੀਤੀ ਤੇ ਫਿਰ ਉੱਥੇ ਸੀ ਕਿ ਪ੍ਰੋਵਿੰਸਿਸ ਨੂੰ ਜ਼ਿਆਦਾ ਪਾਵਰਸ ਮਿਲਣ, ਲਿਹਾਜ਼ਾ ਉਹਨਾਂ ਦਾ ਕੋਈ ਕਲੀਅਰ ਆਈਡੀਆ ਨਹੀਂ ਸੀ। The only idea was ਕਿ ਕਾਂਗਰਸ does not represent Indians, all Indians, ਔਰ ਅਸੀਂ ਇੱਕ strongly united federal India ਦੇ ਹੱਕ 'ਚ ਨਹੀਂ ਆ, ਇਹ ਪੋਜੀਸ਼ਨ ਸੀ। ਜੀ Then we come to the 23rd March ਲਾਹੌਰ ਰੈਜ਼ੋਲੂਸ਼ਨ। ਉਸ ਤੋਂ ਪਹਿਲੇ 22 ਮਾਰਚ 1940 'ਚ ਜਿਨਾ ਸਾਹਿਬ ਦੀ ਜੇ ਪੂਰੀ ਸਪੀਚ ਪੜ੍ਹ ਲਓ ਤੇ ਉਹਦੇ 'ਚ
ਕਲੀਅਰਲੀ ਹੀ ਸੇਜ਼ ਕਿ ਅਸੀਂ ਬਿਲਕੁਲ ਹਿੰਦੂਆਂ ਦੇ ਨਾਲ ਨਹੀਂ ਰਹਿ ਸਕਦੇ। ਹੂੰ, ਜਿਹੜੇ ਉਹਨਾਂ ਦੇ ਹੀਰੋ ਨੇ ਉਹ ਸਾਡੇ ਦੁਸ਼ਮਣ ਨੇ, ਜੋ ਉਹ ਖਾਂਦੇ ਨੇ ਅਸੀਂ ਨਹੀਂ ਖਾਂਦੇ, ਹੂੰ, ਜੋ ਸਾਡਾ ਬਲੀਫ ਹੈ ਉਹ ਉਹਨਾਂ ਦਾ ਬਲੀਫ ਨਹੀਂ। ਹੂੰ, ਲਿਹਾਜ਼ਾ ਇਨ ਦੋ ਗਰੁੱਪਸ ਨੂੰ ਅਲੱਗ ਕਰਕੇ ਇਹਨਾਂ ਨੂੰ ਦੋ ਮੁਲਕ ਦਿੱਤੇ ਜਾਣ। ਜੀ, ਜੀ, ਔਰ ਲਾਹੌਰ ਰੈਜ਼ੋਲੂਸ਼ਨ ਜਿਹੜਾ ਬਾਅਦ ਵਿੱਚ ਪਾਕਿਸਤਾਨ ਰੈਜ਼ੋਲੂਸ਼ਨ ਮਸ਼ਹੂਰ ਹੋਇਆ, ਉਹਦੇ ਚੋਂ ਡਿਮਾਂਡ ਵੀ ਹੋ ਗਈ। ਕਿਉਂਕਿ ਆਪਾਂ ਹੁਣ ਵਧੀਏ ਕਿ ਜਦੋਂ ਪਾਕਿਸਤਾਨ ਦੀ ਮੰਗ ਹੁੰਦੀ ਹੈ ਲਾਹੌਰ ਦੇ ਵਿੱਚ ਆ ਕੇ ਜੀ, ਅ, ਜੀ। ਜੀ ਉਸ ਤੇ ਉਹ ਅੱਛਾ, ਆਪਣਾ ਇਹ ਜਦੋਂ ਮੰਗ ਹੁੰਦੀ ਹੈ ਜੀ, ਮਾਰਚ 1940 ਚ, ਜੀ, ਤੇ 7 ਦਿਨਾਂ ਦੇ ਬਾਅਦ 8 ਦਿਨਾਂ ਦੇ ਬਾਅਦ ਸੁੰਦਰ ਸਿੰਘ ਮਜੀਠੀਆ, ਜੀ, ਉਹਨਾਂ ਦਾ ਬਿਆਨ ਹੈਗਾ ਕਿ ਜੇ ਆਪਣਾ ਮੁਸਲਮਾਨ ਹਿੰਦੁਸਤਾਨ ਦੀ ਤਕਸੀਮ ਕਰਾਂਗੇ ਤੇ ਅਸੀਂ ਕਦੀ ਮੁਸਲਿਮ ਕਮਿਊਨਲ ਗਵਰਨਮੈਂਟ ਦੇ ਤਹਿਤ ਰਹਿਣ ਨੂੰ ਤਿਆਰ ਨਹੀਂ। ਲਿਹਾਜ਼ਾ ਜੀ, ਸਿੱਖਾਂ ਨੇ ਡਿਮਾਂਡ ਕਰਤੀ ਕਿ ਜਿਹੜੇ ਸਿੱਖ ਹਿੰਦੂ ਇਲਾਕੇ ਨੇ ਨਾ ਪੰਜਾਬ ਦੇ, ਜੀ, ਉਹ ਫਿਰ ਅਲੱਗ ਕਰਕੇ ਜਾਂ ਸਿੱਖ ਸਟੇਟ ਬਣਾਈ ਜਾਏ ਹੂੰ, ਜਾਂ ਇੰਡੀਆ ਨੂੰ ਦਿੱਤੇ ਜਾਣ, ਜੋ ਕਿ ਸੈਕੂਲਰ ਇੱਕ ਸਟੇਟ ਸੀ। ਜੀ, ਠੀਕ ਹੈ, ਜੀ, ਕਿਉਂਕਿ ਕਾਂਗਰਸ ਦਾ ਪ੍ਰੋਗਰਾਮ ਹਮੇਸ਼ਾ ਤੋਂ ਸੈਕੂਲਰ ਰਿਹਾ। 1928 ਨਹਿਰੂ ਰਿਪੋਰਟ, 1931 ਕਰਾਚੀ ਫੰਡਾਮੈਂਟਲ ਡੈਕਲੇਰੇਸ਼ਨਸ, 1932 ਪੂਨਾ ਪੈਕਟ ਜਿਹਦੇ ਵਿੱਚ ਰਿਜ਼ਰਵੇਸ਼ਨਸ ਫॉर ਦਲਿਤਸ, ਉਹ ਜੀ, ਸਾਰੀਆਂ ਸੈਕੂਲਰ, ਉਹਨਾਂ ਵਿੱਚ ਜੀ, ਕੋਈ ਰਿਲੀਜਨ ਦਾ ਰੋਲ ਨਹੀਂ ਹੈ ਨਾ। ਜੀ, 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 ਲਿਹਾਜ਼ਾ ਸੁੰਦਰ ਸਿੰਘ ਮਜੀਠੀਆ ਸੈਡ ਕਿ ਜੇ ਤੁਸੀਂ ਇੱਕ ਕਮਿਊਨਲ ਹਕੂਮਤ ਪੰਜਾਬ ਤੇ ਇੰਪੋਜ਼ ਕਰੋਗੇ ਤੇ ਅਸੀਂ ਉਹਨੂੰ ਨਹੀਂ ਮੰਨਾਂਗੇ। ਜੀ, ਮੇਰੀ ਅਗਲੀ ਰਾਈਟਿੰਗ ਵਿੱਚ ਹੋਰ ਵੀ ਆ ਰਹੇ ਨੇ ਬਿਆਨ ਸਿੱਖਾਂ ਦੇ, ਜੀ, ਮਾਸਟਰ ਤਾਰਾ ਸਿੰਘ ਦੇ ਵੀ ਫੋਲੋ ਅਪ, ਕਿ ਵੀ ਵਿਲ ਨੈਵਰ ਲਿਵ ਅੰਡਰ ਮੁਸਲਿਮ ਕਮਿਊਨਲ ਰੂਲ। ਇਹ ਲਿਹਾਜ਼ਾ ਸਿੱਖਾਂ ਦੀ ਪੋਜੀਸ਼ਨ ਬਣੀ। ਜੀ, ਜੀ, ਕਾਂਗਰਸ ਦੀ ਪੋਜੀਸ਼ਨ ਅੰਟਿਲ ਮਾਰਚ 1947 ਇਹ ਹੀ ਰਹੀ ਕਿ ਇੰਡੀਆ ਨੂੰ ਯੂਨਾਈਟਿਡ ਰੱਖਣਾ ਹੈ, ਜੀ, ਡਿਵਾਈਡ ਨਹੀਂ ਹੋਣ ਦੇਣਾ। ਜੀ, ਠੀਕ ਹੈ, ਅਲਬੱਤਾ ਲਾਹੌਰ ਰੈਜ਼ੋਲੂਸ਼ਨ ਪਾਸ ਹੋ ਜਾਂਦਾ ਹੈ। ਜੀ, ਲਾਹੌਰ ਰੈਜ਼ੋਲੂਸ਼ਨ ਪਾਸ ਹੋਣ ਦੇ ਬਾਅਦ ਬਹੁਤ ਵੱਡਾ ਇਵੈਂਟ ਹੈ, ਸੈਕੰਡ ਵਰਲਡ ਵਾਰ ਸ਼ੁਰੂ ਹੋ ਜਾਂਦੀ ਹੈ। ਹਾਂਜੀ, ਸੈਕੰਡ ਵਰਲਡ ਵਾਰ ਦੇ ਵਿੱਚ ਕਾਂਗਰਸ ਦੀ ਬਹੁਤ ਵੱਡੀ ਇੱਕ ਮੈਂ ਸਮਝਦਾ ਮਿਸਟੇਕ ਹੂੰ, ਕਹਿਣਾ ਕਿ ਪਹਿਲੇ ਤੁਸੀਂ ਹਕੂਮਤ ਸਾਨੂੰ ਦਿਓ, ਇੱਕ ਨੈਸ਼ਨਲ ਗਵਰਨਮੈਂਟ ਬਣੇਗੀ, ਹੂੰ, ਫਿਰ ਫ੍ਰੀਲੀ ਐਜ਼ ਐਨ ਇੰਡੀਪੈਂਡੈਂਟ ਪੀਪਲ ਵੀ ਕੈਨ ਸਪੋਰਟ ਦ ਸਟਰਗਲ ਅਗੇਂਸਟ ਫੈਸ਼ਿਜ਼ਮ। ਓਕੇ, ਮਗਰ ਲਾਰਡ ਲਿਨਲਿਥਗੋ ਹੂ ਵਾਸ ਵਾਇਸਰॉय, ਉਹਨਾਂ ਨੇ ਦੇਖੋ ਜੀ ਜੰਗ ਸ਼ੁਰੂ ਹੋਈ ਹੈ 1 ਸਤੰਬਰ 1939 ਨੂੰ। ਜੀ, ਔਨ 3 ਸਤੰਬਰ ਹੀ ਡਿਕਲੇਅਰਡ ਕਿ ਇੰਡੀਆ ਇਜ਼ ਐਟ ਵਾਰ। ਹੂੰ, ਉਸੋ ਕਾਂਗਰਸ ਨੇ ਆਪਣੀ ਮਿਨਿਸਟਰੀਜ਼ ਰਿਜ਼ਾਈਨ ਕਰਵਾਤੀਆਂ ਹੂੰ, ਕਿ ਅਸੀਂ ਨਹੀਂ ਆਪਣਾ ਸਰਵ ਕਰਨਾ। ਮੇਰੇ ਖਿਆਲ ਇਹ ਬਹੁਤ ਵੱਡੀ ਬੇਵਕੂਫੀ ਸੀ। ਜੀ, ਇਹ ਜਦ ਮੈਂ ਕਹਿਣਾ ਤੇ ਇੰਡੀਆ ਦੇ ਵਿੱਚ ਜਿਹੜੇ ਇੰਡੀਅਨ ਸਕਾਲਰਸ ਨੇ ਉਹ ਮੇਰੀ ਗੱਲ ਪਸੰਦ ਨਹੀਂ ਕਰਦੇ, ਅੱਛਾ, ਕਿਉਂਕਿ ਹਰ ਮੁਲਕ ਆਪਣੇ ਪਸੰਦ ਦਾ ਨੈਰੇਟਿਵ ਬਣਾਉਂਦਾ ਹੈ ਨਾ। ਅੱਛਾ, ਤੁਸੀਂ ਇਸ ਨੂੰ ਤੁਸੀਂ ਕਹਿੰਦੇ ਹੋ ਕਿ ਕਿਉਂਕਿ ਉਹਨਾਂ ਨੇ ਜਿਹੜੀਆਂ ਆਪਣੀਆਂ ਮਿਨਿਸਟਰੀਜ਼ ਆ ਉਹਨਾਂ ਤੋਂ ਅਸਤੀਫੇ ਦੇ ਦਿੱਤੇ ਸੀ, ਉਹ ਜੀ, ਜੀ। ਉਹ ਅਸਤੀਫੇ ਦੇਣ ਦਾ ਨੁਕਸਾਨ ਕੀ ਹੋਇਆ? ਜਾਣੀ ਕਿ ਤੁਹਾਨੂੰ ਕੀ ਲੱਗਦਾ ਕਿ ਉਹਨਾਂ ਨਾਲ ਕੀ ਨੁਕਸਾਨ ਹੋਇਆ? ਦੇਖੋ ਜੀ, ਅਸਤੀਫੇ ਦੇਣ ਦਾ ਨੁਕਸਾਨ ਤੇ ਇਹ ਹੋ ਗਿਆ ਕਿ ਆਪਣੇ ਇਲਾਕੇ ਜਿਹੜੀ ਹਕੂਮਤ ਹੁੰਦੀ ਹੈ, ਮਿਨਿਸਟਰਸ ਹੁੰਦੇ ਨੇ, ਲੋਕਾਂ 'ਚ ਤੁਹਾਡਾ ਉਹ ਸਾਰਾ ਜ਼ੀਰੋ ਹੋ ਗਿਆ ਨਾ। ਤੁਸੀਂ ਘਰ ਉਹ ਪਹੁੰਚ ਗਏ, ਠੀਕ, ਠੀਕ, ਯੂ ਆਰ ਗੋਨ, ਯੂ ਆਰ ਠੀਕ, ਲਾਈਕ ਐਨੀ ਅਦਰ ਸਿਟੀਜ਼ਨ। ਹੂੰ, ਪੋਲੀਟੀਕਲ ਪਾਰਟੀ ਹੋਣੇ ਹੋ, ਲੇਕਿਨ ਤੁਹਾਡੇ ਕੋਲ ਨਾ ਅਥਾਰਟੀ ਹੈ, ਨਾ ਪਾਵਰਸ ਨੇ, ਨਾ ਜੇਲ੍ਹ ਤੁਹਾਡੇ ਕੋਲ ਨੇ। ਹਾਲਾਂਕਿ ਇਹ 2 ਸਾਲ ਜਿਹੜੇ ਨੇ ਉਹਨਾਂ ਵਿੱਚ ਉਹਨਾਂ ਨੇ ਪੋਲੀਟੀਕਲ ਪ੍ਰਿਜ਼ਨਰ ਬਹੁਤ ਆਜ਼ਾਦ ਕਰਤੇ ਸਨ। ਜੀ, ਇਹਦੇ ਵਿੱਚ ਪੈਜ਼ੈਂਟਸ ਦੀ ਜਿਹੜੀ ਡੈਟਸ ਸਨ ਉਹ ਉਹਨਾਂ ਨੇ ਕੈਂਸਲ ਕਰਤੀਆਂ ਸਨ। ਉਹ ਜੀ, 2 ਸਾਲ ਮੁਸਲਿਮ ਲੀਗ ਨੇ ਤੇ ਕਿਹਾ ਕਿ ਇਹ ਮੁਸਲਮਾਨ ਔਰ ਇਸਲਾਮ ਦੇ ਖਿਲਾਫ ਮਿਨਿਸਟਰੀਜ਼ ਨੇ। ਜੀ, ਹਾਲਾਂਕਿ ਐਵੀਡੈਂਸ ਬਿਲਕੁਲ ਇਹ ਸ਼ੋ ਨਹੀਂ ਕਰਦਾ, ਬਿਲਕੁਲ ਨਹੀਂ। ਓਕੇ, ਹੋਰ ਤੇ ਹੋਰ ਲਾਰਡ ਲਿਨਲਿਥਗੋ ਹੂ ਹੇਟਡ ਕਾਂਗਰਸ, ਜੀ, ਹੀ ਸੇਜ਼ ਕਿ ਜਿਨ੍ਹਾਂ ਜੋ ਕਹਿ ਰਿਹਾ ਬਿਲਕੁਲ ਝੂਠ ਹੈ, ਮੈਨੂੰ ਬਿਲਕੁਲ ਯਕੀਨ ਨਹੀਂ। ਹੋਰ ਤੋਂ ਜ਼ਿਆਦਾ ਤੁਹਾਨੂੰ ਕੀ, ਲਿਹਾਜ਼ਾ ਉਹਨਾਂ ਨੇ ਕੋਈ ਐਸਾ ਕੰਮ ਨਹੀਂ ਕੀਤਾ ਜਿਹੜੀ ਜੀ, ਮੁਸਲਮਾਨਾਂ ਦੇ ਖਿਲਾਫ ਹੋਣ। ਓਕੇ, ਲੇਕਿਨ ਮੁਸਲਿਮ ਲੀਗ ਨੇ ਬੜਾ ਪ੍ਰੋਪੇਗੈਂਡਾ ਕੀਤਾ, 2 ਜੀ, ਰਿਪੋਰਟਸ ਪਬਲਿਸ਼ ਕੀਤੀਆਂ, ਜੀ, ਸਭ ਝੂਠ ਤੇ ਬੇਸਡ। ਅੱਛਾ ਜੀ, ਤੇ ਜਦ ਤੁਸੀਂ ਹਕੂਮਤ ਵਿੱਚ ਹੀ ਨਹੀਂ ਰਹਿੰਦੇ, ਦੈਨ ਯੂ ਆਰ ਪਾਰਟ ਆਫ ਦ ਨੋਬਡੀ। ਜੀ, 1942 ਅਗਸਤ ਵਿੱਚ ਕੁਇਟ ਇੰਡੀਆ ਮੂਵਮੈਂਟ ਸ਼ੁਰੂ ਕਰਤੀ। ਜੀ, ਔਰ ਕੁਇਟ ਇੰਡੀਆ ਮੂਵਮੈਂਟ ਦੀ ਇੱਕ ਬੈਕਗ੍ਰਾਉਂਡ ਤੁਹਾਨੂੰ ਮੈਂ ਦੱਸ ਦਿਆਂ। ਜੀ,
ਸੁਭਾਸ਼ ਚੰਦਰ ਬੋਸ ਵਾਂਟਡ ਕਿ ਆਰਮਡ ਰੈਵੋਲੂਸ਼ਨ ਤੁਸੀਂ ਸ਼ੁਰੂ ਕਰ ਦਿਓ 1940 ਚ। ਜੀ ਕਾਂਗਰਸ ਦੇ ਮਹਾਤਮਾ ਗਾਂਧੀ ਐਜ਼ ਯੂ ਨੋ ਵਾਸ ਅਗੇਂਸਟ ਆਰਮਡ ਰੈਵੋਲੂਸ਼ਨ ਐਂਡ ਪੀਪਲ ਰਿਅਲਾਈਜ਼ਡ ਕਿ ਆਰਮਡ ਰੈਵੋਲੂਸ਼ਨ ਸਾਡੇ ਵਾਸ ਚ ਨਹੀਂ ਹੈਗਾ। ਵੇਅਰ ਆਰ ਦ ਆਰਮਸ ਟੂ ਚੈਲੰਜ ਦ ਬ੍ਰਿਟਿਸ਼। ਹਮ, ਲਿਹਾਜ਼ਾ ਬੋਸ then left India in 1941, ਜੀ came to ਕਾਬਲ। ਕਾਬਲ ਤੋਂ ਪਹਿਲੇ ਗਏ ਰਸ਼ੀਆ। ਰਸ਼ੀਆ ਨੇ ਉਦੋਂ ਤੱਕਰ ਉਹ ਔਰ ਬਰਤਾਨੀਆ ਵਰ ਐਲਾਈਜ਼ ਇਨ ਦ ਸੈਕੰਡ ਵਰਲਡ ਵਾਰ। ਯੈਸ ਯੈਸ ਉਹਨਾਂ ਨੇ ਫਿਰ ਕਹਾਣੀ ਨਾ ਪਾਈ। ਫਿਰ ਇਹ ਜਰਮਨੀ ਆ ਗਏ ਜੀ ਨਾਜ਼ੀਜ਼ ਦੇ ਕੋਲ। ਜੀ ਸੁਭਾਸ਼ ਚੰਦਰ ਬੋਸ ਹੋਇਆ ਹੈ ਕਿ ਕੁਇਟ ਇੰਡੀਆ ਮੂਵਮੈਂਟ ਜਿਹੜਾ ਮੈਨੂੰ ਸਮਝ ਆਂਦੀ ਹੈ ਸ਼ੁਰੂ ਕੀਤੀ ਗਈ ਕਿਉਂਕਿ ਡਰ ਸੀ ਕਿ ਜੇ ਇਹ ਇਸ ਕਿਸਮ ਦੀ ਕਾਲ ਨਾ ਦਿੱਤੀ ਜਾਏ ਹਮ, ਤੇ ਜਿਹੜਾ ਆਰਮਡ ਰੈਵੋਲੂਸ਼ਨ ਦੀ ਗੱਲ ਹੈ ਨਾ ਬੋਸ ਦੀ, ਉਹ ਨਾ ਆਪਣੇ ਹੱਥੋਂ ਨਿਕਲ ਜਾਏ। ਓਕੇ whether this is the correct ਐਨਾਲਿਸਿਸ analysis or this is ਉਹ ਕੀ ਕਹਿੰਦੇ ਨੇ ਆਫਟਰ ਥਾਟ, ਇਹਦਾ ਮੈਨੂੰ ਨਹੀਂ ਪਤਾ। ਓਕੇ ਜੀ ਜੀ ਲੇਕਿਨ ਜੋ ਵੀ ਇਹਨਾਂ ਨੇ ਕੀਤਾ ਬਹੁਤ ਗਲਤ ਕੀਤਾ ਕਿਉਂਕਿ ਠੀਕ ਹੈ ਲੋਕ ਬਹੁਤ ਜਜ਼ਬੇ ਨਾਲ ਆਏ ਲੇਕਿਨ ਬਿਹਾਰ ਦੇ ਵਿੱਚ ਔਰ ਜ਼ਿਆਦਾਤਰ ਇਹਦੇ ਵਿੱਚ ਯੂਪੀ ਦੇ ਵਿੱਚ, ਹਮ, ਪੰਜਾਬ ਵਿੱਚ ਕੁਝ ਵੀ ਨਹੀਂ ਹੋਇਆ, ਬਸ ਛੋਟਾ ਮੋਟਾ ਹੋਇਆ। ਹਮ, और लॉर्ड लिंथग उन्होंने मार बार कोड़े इन्हों और हैंगिंग और ये वो करके पूरी क्रश करती मूवमेंट। ਹਮ, और जिन्ने कांग्रेस के लीडर सन वो सारे जेलों च पा छड्डे उन्होंने। ਹਮ, ਹਮ, और जून 1945 तक ਜੀ दे वर इन जेल। इलैक्शन कैंपेन शुरू हुई अगस्त 45 विच। उदों तक कांग्रेस पंजाब विच जे आईए ते ओदी ते तैयारी कोई नहीं सी। ਜੀ ਜੀ सो हुणे- ਇਹ बैकग्राउंड है जे। ਹਾਂਜੀ ਤੁਸੀਂ ਹੁਣੇ ਦੱਸਿਆ ਸੀਗਾ ਕਿ ਕਾਂਗਰਸ ਦੇ ਲੀਡਰਾਂ ਨੂੰ ਜੇਲ੍ਹਾਂ ਵਿੱਚ ਜਾਣਾ ਪਿਆ ਬਹੁਤ ਜ਼ਿਆਦਾ, ਪਰ ਕਦੇ ਉਹਦੇ ਉਲਟ ਕਦੇ ਮੁਸਲਿਮ ਲੀਗ ਜਾਂ ਅਕਾਲੀ ਦਲ ਦੇ ਲੀਡਰਾਂ ਨੂੰ ਵੀ ਜੇਲ੍ਹ ਵਿੱਚ ਜਾਣਾ ਪਿਆ। ਦੇਖੋ ਜੀ ਅਕਾਲੀਆਂ ਨੇ ਤੇ ਜਦੋਂ ਗਏ ਨੇ ਨਾ ਜੇਲ੍ਹਾਂ 'ਚ, ਜਦੋਂ ਆਪਣੀ ਗੁਰਦੁਆਰਾ ਬਚਾਓ ਮੂਵਮੈਂਟ ਦੇ ਵਿੱਚ ਜੀ, ਉਦੋਂ ਹੀ ਜੀ। ਗਏ ਨੇ। ਅੱਛਾ ਜੀ ਉਹਦੇ ਤੇ- ਬਾਅਦ ਵਿੱਚ ਮੇਰੇ ਖਿਆਲ ਨਾਲ ਨਹੀਂ ਗਏ, ਨਹੀਂ, ਤੇ ਨਾਟ ਦੈਟ ਆਈ ਮੁਸਲਿਮ ਨੋ। ਮੁਸਲਿਮ ਲੀਗ ਦੇ ਲੀਡਰਸ ਦੇਖੋ ਜੀ। ਪੰਜਾਬ ਦੇ ਸਿੱਖਾਂ ਨੇ ਜੀ ਔਰ ਮੁਸਲਿਮ ਲੀਗ ਨੇ ਸੈਕੰਡ ਵਰਲਡ ਵਾਰ ਵਿੱਚ ਅੰਗਰੇਜ਼ਾਂ ਦਾ ਸਾਥ ਦਿੱਤਾ ਟੋਟਲ। ਜੀ ਬਲਕਿ ਇਸ ਤਰ੍ਹਾਂ ਸੀ ਕਿ ਸਿੱਖਾਂ ਤੇ ਕੁਝ ਪਾਬੰਦੀਆਂ ਲਾਤੀਆਂ ਸਨ ਅੰਗਰੇਜ਼ਾਂ ਨੇ ਬਿਕੋਜ਼ ਆਫ ਦਿਸ ਮਹੰਤ ਮੂਵਮੈਂਟ ਐਂਡ ਸੋ ਔਨ। ਹਮ, ਲੇਕਿਨ ਫਸਟ ਸੈਕੰਡ ਵਰਲਡ ਵਾਰ ਦੇ ਵਿੱਚ ਆ ਕੇ ਫਿਰ ਰਿਮੂਵ ਕਰਤੀਆਂ ਕਿਉਂਕਿ ਸਿੱਖ ਲੀਡਰਸ਼ਿਪ ਸਪੋਰਟਡ ਦ ਸੈਕੰਡ ਵਰਲਡ ਵਾਰ। ਹਮ, ਉਹਨਾਂ ਨੇ ਸਿੱਖਾਂ ਨੂੰ ਫੌਜ ਵਿੱਚ ਭੇਜਿਆ, ਮੁਸਲਮਾਨਾਂ ਨੇ ਔਰ ਮੁਸਲਿਮ ਲੀਗ ਨੇ ਸਾਰੇ ਹਿੰਦੁਸਤਾਨ ਦੇ ਵਿੱਚ ਮੁਸਲਮਾਨਾਂ ਨੂੰ ਇਨਕਰੇਜ ਕੀਤਾ ਕਿ ਤੁਸੀਂ ਫੌਜ ਵਿੱਚ ਜਾਵੋ। ਜੀ ਜੀ ਤੇ ਇਕੱਲੀ ਰਹਿ ਗਈ ਨਾ ਫਿਰ ਕਾਂਗਰਸ। ਬਿਲਕੁਲ ਕਾਂਗਰਸ ਜੇਲ੍ਹਾਂ 'ਚ ਸੀ ਔਰ ਉਹ ਮੈਂ ਸਮਝਣਾ ਬੜੀ ਵੱਡੀ ਗਲਤੀ ਕਹਿਣੀ ਚਾਹੀਦੀ ਯਾਰ। ਹੁਣ ਬੈਠ ਕੇ ਅਸੀਂ ਗਲਤੀ ਕਹਿ ਰਹੇ ਹਾਂ, ਉਦੋਂ ਨਜ਼ਰ ਇਹੀ ਆਂਦਾ ਹੋਣਾ। ਜੀ, ਸਮਝ ਗਏ ਜੀ, ਤੁਸੀਂ? ਜੀ ਜੀ ਉਹਦਾ ਨੈਟ ਰਿਜ਼ਲਟ ਇਹ ਹੋਇਆ ਜੀ ਕਿ ਬਾਈ ਦੈਟ ਟਾਈਮ ਇਫ ਯੂ ਗਿਵ 3 years to the Muslim League to propagate its mission from morning to evening, ਤੇ ਉਹ ਬਹੁਤ ਲੋਕਾਂ ਨੂੰ ਫਿਰ ਉਹਨਾਂ ਨੇ ਕੈਰੀ ਵੀ ਆਪਣੇ ਨਾਲ ਕਰਤਾ ਉਹ ਇਵੋਲਵ ਹੋ ਗਈ ਪੂਰੇ ਹਿੰਦੁਸਤਾਨ ਦੇ Evolve ਹੋ ਜਿਹੜੇ ਕਿਉਂਕਿ- ਰਾਜਨੀਤਿਕ ਦ੍ਰਿਸ਼ਾਂ ਕਿਉਂਕਿ ਦੇ ਕੋਈ ਚੈਲੰਜ ਕਰਨ ਵਾਲਾ ਹੀ ਕੋਈ ਨਹੀਂ ਸੀ। ਜੀ ਕੋਈ ਅੱਛਾ, ਵੀ ਫਿਰ ਚੈਲੰਜ ਕਰਨ ਵਾਲਾ ਨਹੀਂ। ਜਦੋਂ ਫਿਰ ਮੁਸਲਿਮ ਲੀਗ ਇਵੋਲਵ ਹੋ ਗਈ ਸਾਰੇ ਪਾਸੇ ਤੇ ਉਸ ਤੋਂ ਬਾਅਦ ਇਲੈਕਸ਼ਨ ਵੀ ਆਏ ਤੇ ਉਸ ਤੋਂ ਬਾਅਦ ਜਿਹੜੀ ਕੜਵਾਹਟ ਪੰਜਾਬ ਦੇ ਵਿੱਚ ਦੇਖਣ ਨੂੰ ਮਿਲੀ ਹੈ, ਜੋ ਕਿ ਬੇਸ਼ੱਕ ਇਲੈਕਸ਼ਨ ਤੋਂ ਬਾਅਦ ਸੀ। ਜਿਹੜੀ ਮੈਂ ਤੁਹਾਡੀ ਕਿਤਾਬ ਤੋਂ ਪੜ੍ਹੀ, ਤੁਸੀਂ ਸਭ ਤੋਂ ਪਹਿਲਾਂ ਸ਼ੁਰੂ ਉਸ ਤੋਂ ਕੀਤਾ ਕਿ ਜਿਵੇਂ ਰਾਵਲਪਿੰਡੀ ਦੇ ਵਿੱਚ ਕੁਝ ਇਨਸੀਡੈਂਟ ਹੋਏ ਜੀ। ਸਿੱਖਾਂ ਦੇ ਨਾਲ ਹੋਏ ਤੇ ਮੁਲਤਾਨ ਦੇ ਵਿੱਚ ਕੁਝ ਹਿੰਦੂਆਂ ਨਾਲ ਹੋਏ। ਉਹਦੀ ਹਵਾ ਕਿਵੇਂ ਬਣੀ? ਉਹਦੀ ਆਵਾਜ਼ ਇਸ ਤਰ੍ਹਾਂ ਬਣੀ ਕਿ 46 ਵਿੱਚ ਇਲੈਕਸ਼ਨ ਹੁੰਦਾ ਫਰਵਰੀ 'ਚ, ਠੀਕ ਹੈ। ਜੀ ਉਹਦੇ ਵਿੱਚ ਦੇਖੋ ਪੰਜਾਬ ਯੂਨੀਅਨਿਸਟ ਪਾਰਟੀ ਜਦੋਂ 37 ਦੇ ਇਲੈਕਸ਼ਨ ਵਿੱਚ ਕਲੀਨ ਸਵੀਪ ਸੀ ਔਰ ਮੁਸਲਿਮ ਲੀਗ ਗਾਟ ਓਨਲੀ 2 ਸੀਟਸ ਜਿਹੜੀ ਬਿਕੇਮ 1। ਜੀ this time because of mass Islamic propaganda or ye or wo, ਹਮ, out of I think 96 seats या ਜਿਹੜੇ reserved ਸਨ for Muslims, ਹਮ,
they got 73 seats or 75 seats. ਓਕੇ, ਬਿਗ ਨੰਬਰ। ਔਰ ਪੰਜਾਬ ਯੂਨੀਅਨਿਸਟ ਪਾਰਟੀ ਜਿਹੜੀ ਉਦੋਂ ਸਾਰੀ ਸਵੀਪ ਕਰ ਗਈ ਸੀ, ਉਹਦੇ ਕੋਲ ਸਿਰਫ 18 ਸੀਟਾਂ ਆਈਆਂ। ਜੀ। ਉਹ ਸਾਰਾ ਕੁਝ ਹਾਰ ਗਏ, ਸਾਰਾ ਕੁਝ ਮੁਸਲਿਮ ਲੀਗ ਵਿੱਚ ਆ ਗਿਆ। ਪੰਜਾਬ ਸਿੱਖਾਂ ਨੇ ਪੰਥਕ ਪਾਰਟੀਆਂ ਨੂੰ ਵੋਟ ਦਿੱਤੇ, 23 ਸੀਟਸ ਉਹਨਾਂ ਦੀਆਂ ਪੰਥਕ ਪਾਰਟੀਆਂ ਨੂੰ ਮਿਲੀਆਂ। ਕਮਿਊਨਿਸਟ ਪਾਰਟੀ ਆਫ ਇੰਡੀਆ ਨੂੰ ਕੋਈ ਸੀਟ ਨਹੀਂ ਮਿਲੀ। ਜੀ ਜੀ ਜੀ। ਪੰਜਾਬ ਦੇ ਹਿੰਦੂਆਂ ਨੇ ਕਾਂਗਰਸ ਨੂੰ ਵੋਟ ਦਿੱਤਾ, ਲਿਹਾਜ਼ਾ ਪੰਜਾਬ 50 ਸੀਟਾਂ ਮਿਲ ਗਈਆਂ ਉਹਨਾਂ ਨੂੰ, which included the seats of ਅੰਬਾਲਾ ਹਿੰਦੂ ਜਾਟਸ ਐਸ ਵੈਲ। ਸਮਝ ਗਏ ਤੁਸੀਂ? ਓਕੇ ਜੀ। ਜਿਹੜੀ ਕਿ ਪਹਿਲੇ ਪੰਜਾਬ ਯੂਨੀਅਨਿਸਟ ਪਾਰਟੀ ਨੂੰ ਮਿਲਦੀਆਂ ਸਨ। ਹਾਂ ਜੀ 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 ਜੀ। ਕਿਉਂਕਿ ਉਹ ਕੀ ਕਹਿੰਦੇ ਨੇ, ਸਰ ਛੋਟੂ ਰਾਮ ਡਾਈਡ ਇਨ ਜਨਵਰੀ 1945। ਲੀਡਰਸ਼ਿਪ ਖਤਮ ਹੋ ਗਈ ਸੀ ਨਾ। ਲੀਡਰਸ਼ਿਪ ਖਤਮ ਹੋ ਗਈ ਜੀ। ਉਸ ਤੋਂ ਪਹਿਲੇ ਹੁੰਦਾ ਸੀ ਕਿ ਅਰਬਨ ਹਿੰਦੂਜ਼ ਵੋਟਡ ਫॉर ਕਾਂਗਰਸ, ਅੰਬਾਲਾ division Jat Hindus voted for Punjab Unionist Party. Now all those seats, 50 came to the Congress. जी. 75 to Muslim League, 18 to Punjab Unionist Party, और फिर scheduled caste दी कोई सीट सन, एंग्लो इंडियन दी एक सीट सी, इंडियन क्रिश्चियंस ਦੀਆਂ ਸ਼ਾਇਦ 2 ਸੀਟਸ ਹਨ, ਇਸ ਤਰ੍ਹਾਂ ਕਰਕੇ ਸੀਟਸ ਹਨ। ਜੀ ਜੀ ਜੀ। ਤੇ ਡਾਕਟਰ ਸਾਹਿਬ, ਹਾਂਜੀ ਹਾਂਜੀ, ਹੁਣ ਹੁੰਦਾ ਹੈ ਵੇ ਜੀ, who will form the government? ਗਵਰਨਮੈਂਟ ਤੇ ਉਹੀ ਬਣਾਉਂਦੀ ਹੈ ਨਾ ਪਾਰਲੀਮੈਂਟਰੀ ਸਿਸਟਮ ਵਿੱਚ, ਜਿਹਦੇ ਕੋਲ ਇੱਕ ਸਟੇਬਲ ਹੋਏ ਬਹੁਮਤ ਹੋਵੇ। ਉਹ ਸਭ ਤੋਂ ਪਹਿਲੇ ਇਨਵੀਟੇਸ਼ਨ ਤੇ ਗਈ ਨਾ ਨਵਾਬ ਮਮਡੋਟ ਨੂੰ, ਮੁਸਲਿਮ ਲੀਗ ਦੇ, ਜੀ, ਕਿ ਤੁਸੀਂ ਸ਼ੋਅ ਕਰੋ ਕਿ ਤੁਹਾਡੇ ਕੋਲ ਇੱਕ ਸਪੋਰਟ ਬੇਸ ਹੈ ਟੂ ਫਾਰਮ ਦ ਗਵਰਨਮੈਂਟ। ਜੀ। he was unable to do that. ਜੀ। ਇਹਦੇ ਬਾਅਦ ਪੰਜਾਬ ਯੂਨੀਅਨਿਸਟ ਪਾਰਟੀ ਦੀ ਫਿਰ ਹਕੂਮਤ ਬਣੀ, ਜਿਹਦੇ ਵਿੱਚ ਪ੍ਰਾਈਮ ਮਿਨਿਸਟਰ ਜਾਂ ਚੀਫ ਮਿਨਿਸਟਰ ਬਣਾਇਆ ਗਿਆ ਸਰ ਖਿਜ਼ਰ ਯਾਦ ਟਿਵਾਣਾ ਨੂੰ। ਜੀ ਜੀ। ਕਾਂਗਰਸ ਦੀ ਸਪੋਰਟ, ਕਾਂਗਰਸ ਔਰ ਸਿੱਖਾਂ ਦੀ ਸਪੋਰਟ ਨਾਲ, ਦੇ ਵਰ ਆਲ ਟੁਗੇਦਰ। ਜੀ ਜੀ, ਠੀਕ ਹੈ ਜੀ। ਅੱਛਾ, ਉਹਨਾਂ ਦੀ ਹਕੂਮਤ ਤੇ ਬਣ ਗਈ, ਲੇਕਿਨ ਮੁਸਲਿਮ ਲੀਗ ਨੇ ਕਿਹਾ ਕਿ ਇਹ ਕਿਸ ਤਰ੍ਹਾਂ ਹੋ ਸਕਦਾ ਹੈ, ਸਭ ਤੋਂ ਵੱਡੀ ਪਾਰਟੀ ਤੇ ਪੰਜਾਬ ਦੀ ਅਸੀਂ ਹਾਂ, ਔਰ ਸਾਨੂੰ ਤੇ ਇੰਨੀ ਸੀਟਾਂ ਮਿਲੀਆਂ ਨੇ, ਸਾਡੇ ਕੋਲ ਹਕੂਮਤ ਨਹੀਂ, ਤੇ ਅਸੀਂ ਤੇ ਡਾਇਰੈਕਟ ਐਕਸ਼ਨ ਕਰਾਂਗੇ। ਉਹ ਡਾਇਰੈਕਟ ਐਕਸ਼ਨ ਪਹਿਲੇ ਕਲਕੱਤੇ 'ਚ ਹੋਇਆ ਸੀ, ਬਿਲਕੁਲ, ਜਿਨ੍ਹਾਂ ਸਾਹਿਬ ਨੇ ਕਰਵਾਇਆ। ਉਹ ਫਿਰ ਡਾਇਰੈਕਟ ਐਕਸ਼ਨ ਦੀ ਵਜ੍ਹਾ ਨਾਲ ਬਿਹਾਰ ਦੇ ਵਿੱਚ ਮੁਸਲਮਾਨ ਬਹੁਤ ਮਾਰੇ ਗਏ। ਪਹਿਲੇ ਕਲਕੱਤੇ 'ਚ ਹਿੰਦੂ ਔਰ ਮੁਸਲਮਾਨ ਮਾਰੇ ਗਏ, ਫਿਰ ਬਿਹਾਰ ਵਿੱਚ ਮੁਸਲਮਾਨ ਮਾਰੇ ਗਏ, ਫਿਰ ਨੋਆਖਲੀ 'ਚ ਹਿੰਦੂ ਮਾਰੇ ਗਏ, ਫਿਰ ਹਜ਼ਾਰਾ ਦੇ ਵਿੱਚ ਹਿੰਦੂ ਸਿੱਖ ਮਾਰੇ ਗਏ, ਫਿਰ ਇਹ ਪੰਜਾਬ ਤੱਕ ਪਹੁੰਚੀ ਐਜੀਟੇਸ਼ਨ। ਤੁਹਾਨੂੰ ਲੱਗਦਾ ਨਹੀਂ ਕਿ ਜਿਹੜਾ ਡਾਇਰੈਕਟ ਪਲਾਨ, ਕਿ ਡਾਇਰੈਕਟ ਐਕਸ਼ਨ ਵਾਲੀ ਚੀਜ਼ ਆ, ਉਹ ਤੇ ਇੱਕ ਗੁੰਡਾਗਰਦੀ ਵਾਲਾ ਇੱਕ ਉਹ ਹੈ ਕਿ ਇਦਾਂ ਦਾ ਸਭ ਗੁੰਡਿਆਂ ਨੇ ਕਰਾਇਆ ਹੈ। ਇਹ ਸਾਰਾ ਡਾਇਰੈਕਟ ਐਕਸ਼ਨ ਦੇ ਵਿੱਚ ਗੁੰਡਾ ਐਲੀਮੈਂਟ ਦੇ ਬਗੈਰ ਕੋਈ ਐਜੀਟੇਸ਼ਨ ਨਹੀਂ ਚੱਲਦੀ, ਆਈ ਕੈਨ ਟੈਲ ਯੂ। ਖਾਸ ਤੌਰ ਤੇ ਕਲਕੱਤੇ ਦੀ ਤੇ ਕੀਤੀ ਸਾਰੀ ਗੁੰਡਿਆਂ ਨੇ ਕੀਤੀ ਸੀ ਨਾ, ਦਿਸ ਵਾਸ ਆਲ ਗੁੰਡਾਸ ਔਨ ਬੋਥ ਸਾਈਡਸ। ਜੀ। ਉਹਨਾਂ ਵਿੱਚ ਸਿੱਖ ਟੈਕਸੀ ਡਰਾਈਵਰ ਵੀ ਸਨ ਜਿਨ੍ਹਾਂ ਨੇ ਹਿੱਸਾ ਲਿਆ ਸੀ। ਓਕੇ। ਹਾਂ, ਕਲਕੱਤੇ ਦੇ ਜਿਹੜਾ ਹੋਈਆਂ ਸਨ ਨਾ ਰਾਈਟਸ, ਕਿਉਂਕਿ ਹਿੰਦੂਆਂ ਨੂੰ ਕੋਈ ਇਹਨਾਂ ਲੜਨ ਦਾ ਸ਼ਾਇਦ ਨਹੀਂ ਸੀ ਐਕਸਪੀਰੀਅੰਸ। ਉਹ ਤੇ ਸਰਦਾਰ ਫਿਰ ਆਏ ਉਹਨਾਂ ਵੱਲੋਂ, ਕਿਉਂਕਿ ਤੇ ਤਦ ਕਲਕੱਤੇ 'ਚ ਪਹਿਲੇ ਹਮਲਾ ਤੇ ਮੁਸਲਮਾਨਾਂ ਨੇ ਕੀਤਾ ਨਾ ਹਿੰਦੂਆਂ ਸਿੱਖਾਂ ਤੇ। ਹਾਂਜੀ ਹਾਂਜੀ, ਬਿਲਕੁਲ, ਡਾਇਰੈਕਟ ਐਕਸ਼ਨ ਤੇ ਕਾਲ ਤੇ ਰਿਐਕਸ਼ਨ ਤੇ ਫਿਰ ਹੋਣਾ ਹੀ ਸੀ। ਬਿਲਕੁਲ ਬਿਲਕੁਲ। ਉਹੀ ਜਿਹੜਾ ਡਾਇਰੈਕਟ ਐਕਸ਼ਨ ਜਿਹੜਾ ਫਿਰ ਪੰਜਾਬ ਦੇ ਵਿੱਚ ਵੀ ਹੋਇਆ, ਪੰਜਾਬ ਵਿੱਚ ਹੋਇਆ। ਡਾਇਰੈਕਟ ਐਕਸ਼ਨ ਮੁਸਲਿਮ ਲੀਗ ਨੇ ਕਰਾਇਆ 24 ਜਨਵਰੀ 1947 ਤੋਂ ਲੈ ਕੇ 26 ਫਰਵਰੀ 1947 ਤੱਕ। ਓਕੇ। ਜਿਹਦੇ ਵਿੱਚ ਵੈਸੇ ਤੇ ਪੀਸਫੁਲ ਹੀ ਰਿਹਾ, ਲੇਕਿਨ ਪੰਜਾਬ ਦੇ ਮੁਸਲਮਾਨਾਂ ਨੇ ਜੇਲਾਂ ਭਰ ਛੱਡੀਆਂ ਬਾਈ ਵੋਲੰਟਰੀਲੀ ਆਫਰਿੰਗ। ਸੈਕਸ਼ਨ 144 ਤੁਸੀਂ ਵਾਇਲੇਟ ਕਰੋ, ਤੁਹਾਨੂੰ ਫੜ ਕੇ ਲੈ ਜਾਂਦੇ ਸਨ ਔਰ ਜੇਲ੍ਹ ਵਿੱਚ ਭਰ ਦਿੰਦੇ ਸਨ। ਜੇਲ੍ਹ ਦੇ ਵਿੱਚ ਕੋਈ ਇਹਨਾਂ ਨੂੰ ਤਕਲੀਫ ਕੁਛ ਨਹੀਂ ਹੋਈ, ਕੁਛ ਵੀ ਨਹੀਂ ਹੋਇਆ। ਲੇਕਿਨ ਯਾਦ ਰੱਖਣਾ, ਇਹ ਕੋਈ ਅੰਗਰੇਜ਼ ਦੇ ਖਿਲਾਫ ਨਹੀਂ ਸੀ, ਇਹ ਇੱਕ ਇਲੈਕਟਿਡ ਗਵਰਨਮੈਂਟ ਪੰਜਾਬ ਦੀ ਖਿਜ਼ਰ ਟਿਵਾਣਾ ਦੇ ਖਿਲਾਫ ਸੀ। ਜੀ। ਕੋਲੀਸ਼ਨ ਗਵਰਨਮੈਂਟ ਦੇ ਖਿਲਾਫ, ਅੰਗਰੇਜ਼ ਦੇ ਖਿਲਾਫ ਨਹੀਂ। ਨਾਟ ਅੰਗਰੇਜ਼। ਜੀ, ਤੁਹਾਡੀ ਕਿਤਾਬ ਵਿੱਚ ਤਾਂ ਮੈਂ ਇਹ ਵੀ ਪੜ੍ਹਿਆ। ਹਾਂਜੀ, ਮੈਂ ਕਿਹਾ ਤੁਹਾਡੀ ਕਿਤਾਬ ਦੇ ਵਿੱਚ ਤਾਂ ਮੈਂ ਇਹ ਵੀ ਪੜ੍ਹਿਆ ਕਿ ਉਹਨਾਂ ਨੇ ਜਿਹੜੇ ਟਿਵਾਣਾ ਸਾਹਿਬ ਸਨ, ਉਹਨਾਂ ਦੇ ਖਿਲਾਫ ਬੜੀਆਂ ਭੱਦੀਆਂ
ਤਰੀਕੇ ਦੇ ਨਾਲ ਨਾਅਰੇਬਾਜ਼ੀ ਵੀ ਆਹੋ ਕੀਤੀ। ਦੇਖੋ ਜੀ, ਟਿਵਾਣਾ everybody knows was one of the biggest landlords, लेकिन एक जेंटलमैन, शरीफ आदमी ਹੂੰ, ਹੂੰ, और genuinely believing in intercommunal harmony। ਜੀ, ਇਹ ਉਹ ਲੋਕ ਸਨ ਹੂੰ, ਜਿਹੜੇ ਕਲਚਰਲੀ ਇੰਨਾ ਕੁ ਸਮਝਦੇ ਸਨ ਕਿ ਯਾਰ ਸਾਰੇ ਲੋਕ ਇੱਥੇ ਰਹਿੰਦੇ ਨੇ, ਹੂੰ, ਹੂੰ, ਸਿੱਖ ਵੀ ਅਸੀਂ ਹਾਂ, ਹਿੰਦੂ ਵੀ ਅਸੀਂ ਹਾਂ, ਮੁਸਲਮਾਨ ਵੀ ਅਸੀਂ ਹਾਂ, ਹੂੰ, ਤੇ ਮਿਲ ਕੇ ਹੀ ਸਾਡੇ ਵੱਡੇ ਵੀ ਰਹੇ ਨੇ ਤੇ ਅਸੀਂ ਵੀ ਰਹੀਏ, ਔਰ ਹੂੰ, ਹਕੂਮਤ ਕਰਨ ਦਾ ਮਤਲਬ ਹੈ ਹਰ ਬੰਦੇ ਨੂੰ ਪ੍ਰੋਟੈਕਟ ਕੀਤਾ ਜਾਏ। ਇਹ ਜੀ, ਐਟੀਟਿਊਡ ਸੀ ਪੰਜਾਬ ਯੂਨੀਨਿਸਟ ਪਾਰਟੀ ਦਾ, ਹੂੰ, ਹੂੰ, ਜਿਹਨੂੰ ਮੁਸਲਿਮ ਲੀਗ ਨੇ ਆ ਕੇ ਨਸ਼ਟ-ਬਿਸ਼ਟ ਕਰਤਾ, ਖਤਮ ਕਰ ਛੱਡਿਆ। ਜੀ, ਜੀ, ਠੀਕ ਹੈ, ਜੀ, ਤੇ ਉਹਨਾਂ ਦੇ ਖਿਲਾਫ ਇਹਨਾਂ ਨੇ ਕੀ ਨਾਰੇ ਲਾਏ? ਜੀ, ਅ, ਖਿਜ਼ਰ ਕੁੱਤਾ ਹਾਏ ਹਾਏ, ਹੂੰ, ਖਿਜ਼ਰ ਦੱਲਾ ਹਾਏ ਹਾਏ, ਜੀ, ਖਿਜ਼ਰ ਕੁੱਤਾ ਆਪਣੀ ਮਾਂ ਨਾਲ ਸੁੱਤਾ, ਜੀ, ਜੀ, ਚਲੋ ਵੀ ਚਲੋ ਇੱਕ ਚੀਜ਼ ਮਿਲੇਗੀ, क्या ਹੂੰ, भाई क्या, ਜੀ, ਖਿਜ਼ਰ की बेटी, वाह भाई वाह। ਉਹਨੇ ਜਦੋਂ ਇਹਨਾਂ ਨੇ ਇਹ ਨਾਰੇ ਲਾਏ ਤੇ ਇੱਕ ਸ਼ਰੀਫ ਆਦਮੀ ਤੇ ਅਨਨਰਵ ਹੋ ਜਾਂਦਾ ਹੈ ਨਾ, ਬਿਲਕੁਲ, ਲੇਕਿਨ ਉਹਦੇ ਅਨਨਰਵ ਹੋਣ ਦੀ ਵਜ੍ਹਾ ਇੱਕ ਹੋਰ ਵੀ ਸੀ। ਜੀ, ਵਾਈਲ ਦ ਐਜੀਟੇਸ਼ਨ ਵਾਸ ਗੋਇੰਗ ਔਨ, ਹੂੰ, ਹੂੰ, 20 ਫਰਵਰੀ 1947 ਨੂੰ ਹੂੰ, ਹੂੰ, ਪ੍ਰਾਈਮ ਮਿਨਿਸਟਰ ਆਫ ਦ ਯੂਨਾਈਟਿਡ ਕਿੰਗਡਮ ਜੀ, ਕਲੇਮੈਂਟ ਐਟਲੀ ਡਿਕਲੇਅਰਸ ਕਿ ਜੂਨ 1948 ਤੱਕ ਵੀ ਵਿਲ ਟ੍ਰਾਂਸਫਰ ਪਾਵਰ ਟੂ ਇੰਡੀਅਨਸ ਜੀ, in a united or partitioned India। ਜੀ, सर खिजर टिवाना रियलाइज के भी आई एम मेरा तो काम मुक गया है, ਹੂੰ, ਹੂੰ, क्योंकि देखो ना पंजाब यूनियनिस्ट पार्टी बेसिकली अंग्रेज़ां दी लॉयलिस्ट पार्टी सी पंजाब ਜੀ, विच, ਜੀ, ਜੀ, और इस लॉयलिज्म ਦੀ ਨਾਲ ਸੋਲਜਰਸ ਵੀ ਪੰਜਾਬ ਤੋਂ ਮਿਲਦੇ ਸਨ, ਸਿੱਖ ਵੀ ਮਿਲਦੇ ਸਨ, ਹਿੰਦੂ ਵੀ ਮਿਲਦੇ ਸਨ, ਮੁਸਲਮਾਨ ਵੀ ਮਿਲਦੇ ਸਨ। ਸੋ ਇਟ ਜੀ, ਵਾਸ ਅ ਗੁੱਡ ਬੈਲੈਂਸ, ਇਟ ਵਾਸ ਐਨ ਜੀ, ਇੰਪੀਰੀਅਲ ਬੈਲੈਂਸ, ਬਟ ਅ ਗੁੱਡ ਬੈਲੈਂਸ ਫॉर ਜੀ, एवरीवन। ਬਿਲਕੁਲ, ਲੇਕਿਨ ਜਦੋਂ ਕਾਂਗਰਸ ਨੇ ਕਿਹਾ ਕਿ ਅਸੀਂ ਤੇ ਇਸ ਜੰਗ ਨੂੰ ਸਪੋਰਟ ਨਹੀਂ ਕਰਨਾ, ਹੂੰ, ਹੂੰ, ਤੇ ਜਿਨ੍ਹਾਂ ਸਾਹਿਬ ਗਏ ਫਿਰ, ਸੌਰੀ ਲਾਰਡ ਲਿਲਿਥ ਗੋਤਕਰ, ਕਿ ਅਸੀਂ ਤੁਹਾਡੀ ਫੌਜ ਵਿੱਚ ਰਿਕਰੂਟਮੈਂਟ ਕਰਾਉਂਦੇ ਆ, ਜੀ, ਲੇਕਿਨ ਤੁਸੀਂ ਪ੍ਰੋਮਿਸ ਕਰੋ ਕਿ ਜੰਗ ਦੇ ਬਾਅਦ ਮੁਸਲਿਮ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਦਿੱਤਾ ਜਾਏਗਾ। ਜੀ, ਸਮਝ ਗਏ ਤੁਸੀਂ? ਜੀ, ਜੀ, ਤੇ ਮਹਿਲ ਬਾਈ ਦੈਟ ਟਾਈਮ ਖਿਜ਼ਰ ਟਿਵਾਣਾ ਰਿਅਲਾਈਜ਼ਡ ਕਿ ਅੰਗਰੇਜ਼ਾਂ ਨੇ ਵੀ ਉਹਨਾਂ ਦਾ ਸਾਥ ਛੱਡਤਾ ਹੈ ਪੰਜਾਬ ਯੂਨੀਨਿਸਟ ਪਾਰਟੀ ਦਾ, ਓਕੇ, ਕਿਉਂਕਿ ਪੰਜਾਬ ਯੂਨੀਨਿਸਟ ਪਾਰਟੀ ਦੀ ਤੇ ਪੋਜੀਸ਼ਨ ਸਿਰਫ ਪੰਜਾਬ ਹੀ ਸੀ ਨਾ, ਹੂੰ, 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 ਲੇਕਿਨ ਰਿਕਰੂਟਮੈਂਟ ਹੁਣ ਸਾਰੇ ਹਿੰਦੁਸਤਾਨ ਤੋਂ ਮੁਸਲਮਾਨਾਂ ਦੀ ਤੇ ਅੰਗਰੇਜ਼ ਮੁਸਲਿਮ ਲੀਗ ਕਰਾ ਰਹੀ ਸੀ। ਹੂੰ, ਹੂੰ, लिहाजा ही रियलाइज ਹੁਣ ਬਿਆਨ ਵੀ ਆ ਗਿਆ ਕਿ ਜੂਨ 48 ਤੱਕ ਵੀ ਵਿਲ ਟ੍ਰਾਂਸਫਰ ਪਾਵਰ, ਦੈਨ ਹੀ ਰਿयलाइज ਕਿ ਮੇਰਾ ਰੋਲ ਤੇ ਖਤਮ ਹੈ, ਸਾਡਾ ਰੋਲ ਖਤਮ ਹੋ ਗਿਆ ਲਾਇਲਿਸਟ ਇੰਡੀਅਨਸ ਦਾ ਹੂ ਵਾਂਟਡ ਬ੍ਰਿਟਨ ਟੂ ਰਿਮੇਨ। ਜੀ, ਇਹਦੇ 'ਚ ਕੋਈ ਸ਼ੱਕ ਨਹੀਂ, ਦੇ ਸੈਡ ਕਿ ਬ੍ਰਿਟਨ ਇੱਥੇ ਰਹੇਗਾ ਤੇ ਸਾਡੇ ਲਈ ਚੰਗਾ ਹੈ, ਹੂੰ, ਹੂੰ, ਹਰ ਇੱਕ ਨਾਲ ਇਨਸਾਫ ਹੁੰਦਾ ਹੈ, ਲਾਅ ਐਂਡ ਆਰਡਰ ਹੁੰਦਾ ਹੈ, ਕੋਈ ਕਮਿਊਨਿਟੀ ਦੂਸਰੇ ਤੇ ਜ਼ਬਰ ਨਹੀਂ ਕਰ ਸਕਦੀ। ਹੂੰ, ਹੂੰ, ਸੋ ਲੈਟਸ ਕੰਟੀਨਿਊ ਅੰਟਿਲ ਵੀ ਮੈਚੁਰ ਐਂਡ ਈਅਰ ਉਹ। ਜੀ, ਜੀ, I'm not defending it, I'm saying this was their understanding। ਯੈਸ, ਹੁਣ ਅੰਗਰੇਜ਼ ਖੁਦ ਹੀ ਕਹਿ ਰਿਹਾ ਮੈਂ ਤੇ ਛੱਡ ਕੇ ਜਾ ਰਿਹਾ in 48 ਜੂਨ ਵਿੱਚ। ਹੂੰ, ਹੂੰ, ਸੋ ਖਿਜ਼ਰ ਟਿਵਾਣਾ ਦੈਨ 26 ਨੂੰ ਇਹ ਐਜੀਟੇਸ਼ਨ ਖਤਮ ਹੋ ਗਈ, ਸਾਰੇ ਜਿਹੜੇ ਲੋਕ ਅਰੈਸਟਡ ਸਨ ਦੇ ਵਰ ਰਿਲੀਜ਼ਡ, ਯੈਸ, ਔਰ ਲੇਕਿਨ I think ਖਿਜ਼ਰ ਟਿਵਾਣਾ was so demoralized ਕਿ 2 ਮਾਰਚ 1947 ਨੂੰ he declared that I am resigning as chief minister। ਜੀ, ਅੱਛਾ, ਜੋ ਤੁਸੀਂ ਰਿਜ਼ਾਈਨ ਕਰਦੇ ਹੋ ਤੇ ਉਹ ਤੇ ਇੱਕ ਪੋਲੀਟੀਕਲ ਕੀ ਕਹਿੰਦੇ ਨੇ ਵੈਕਿਊਮ ਕ੍ਰੀਏਟ ਹੋ ਜਾਂਦਾ ਹੈ ਨਾ, ਹੂ ਇਜ਼ ਗੋਇੰਗ ਟੂ ਫਿਲ ਦ ਵੈਕਿਊਮ। ਜੀ, ਫਿਰ ਮੁਸਲਿਮ ਲੀਗ ਨੂੰ ਕਿਹਾ ਗਿਆ ਕਿ ਤੁਸੀਂ ਸ਼ੋਅ ਕਰੋ ਕਿ ਤੁਹਾਡੇ ਕੋਲ ਸਪੋਰਟ ਹੈ, ਦੇ ਕੁਡ ਨਾਟ ਡੂ ਇਟ। ਓਕੇ, ਸੋ 5th of March Punjab came under the governor's rule, Sir Ivan Jenkins, ਜੀ, and till power was transferred on 14th August 1947 ਰਾਤ ਜੀ, ਨੂੰ, ਜੀ, it was governor's rule which ruled in Punjab। ਓਕੇ, ਲਗਭਗ ਕੁਝ ਮਹੀਨੇ 4 5 ਜੀ, ਇਲੈਕਟਿਡ ਗਵਰਨਮੈਂਟ ਕੋਈ ਨਹੀਂ ਸੀ, ਕੋਈ ਜੀ, ਇਲੈਕਟਿਡ ਗਵਰਨਮੈਂਟ ਨਹੀਂ ਸੀ। ਜੀ, ਅਲਬੱਤਾ ਜੀ, 2 ਨੂੰ ਇਹਨਾਂ ਨੇ ਰਿਜ਼ਾਈਨ ਕੀਤਾ, 3 ਨੂੰ ਮਾਸਟਰ ਤਾਰਾ ਸਿੰਘ ਨੇ ਤੇ ਸਿੱਖ ਲੀਡਰਾਂ ਨੇ ਪੰਜਾਬ ਯੂਨੀਅਨ ਅਸੈਂਬਲੀ ਤੋਂ ਬਾਹਰ ਨਿਕਲਦੇ ਹੋਏ ਨਾਰੇ ਮਾਰੇ, ਪਾਕਿਸਤਾਨ ਮੁਰਦਾਬਾਦ, ਅਸੀਂ ਪਾਕਿਸਤਾਨ ਨਹੀਂ ਬਣਨ ਦਿਆਂਗੇ। ਕੁਝ ਹਾਂਜੀ, ਲੋਕ ਤੇ ਕਹਿੰਦੇ ਨੇ ਕਿ ਇਹਨਾਂ ਨੇ ਕਿਰਪਾਨ ਵੀ ਕੱਢਿਆ ਸੀ। ਜੀ, 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 ਕਈ ਲੋਕਾਂ ਨੇ ਮੈਨੂੰ ਕਿਹਾ ਜੀ ਅਸੀਂ ਖੁਦ ਦੇਖਿਆ।
ਹੂੰ, ਮਗਰ ਸਿੱਖ ਕਹਿੰਦੇ ਨੇ ਜੀ ਉਹ ਕਿਰਪਾਨ ਨਹੀਂ ਸੀ ਕੱਢਿਆ, ਹਾਂ ਮੁਰਦਾਬਾਦ ਜ਼ਰੂਰ ਕਿਹਾ ਸੀ। ਮੈਂ ਜੀ। ਦੋਨੋਂ ਚੀਜ਼ਾਂ ਪੰਜਾਬ ਵਾਲੀ ਕਿਤਾਬ ਵਿੱਚ ਔਰਿਜਿਨਲ ਵਾਲੀ ਕਿਤਾਬ ਵਿੱਚ ਦੇ ਦਿੱਤੀਆਂ ਨੇ। ਜੀ, ਇਹ ਜਿਹੜਾ ਤੁਸੀਂ ਹੁਣ ਤਾਂ ਜ਼ਿਕਰ ਕੀਤਾ ਨਾ, ਇਹ ਤੁਹਾਡੀ ਕਿਤਾਬ ਮੈਂ ਪੜ੍ਹੀ ਆ, ਤੇ ਇਸ ਜੀ, ਜਿਹੜਾ ਈਵੈਂਟ ਆ ਉਹਦਾ ਜ਼ਿਕਰ ਬਾਰ-ਬਾਰ ਆਉਂਦਾ, ਕਿਉਂਕਿ ਮੈਂ ਯਾਨੀ ਕਿ ਵਿਊਅਰਸ ਨੂੰ ਦੱਸਣਾ ਚਾਹੁੰਦਾ, ਇਹਨਾਂ ਨੇ ਆਪਣੀ ਕਿਤਾਬ ਦੇ ਵਿੱਚ ਸੈਂਕੜੇ ਲੋਕਾਂ ਦੀ ਇੰਟਰਵਿਊ ਕੀਤੀ ਆ, ਤੇ ਉਹ ਇੰਟਰਵਿਊ ਉਸ ਜ਼ਮਾਨੇ ਦੇ ਵਿੱਚ ਜੋ ਇਹਨਾਂ ਨੇ ਇੱਕ ਰਿਕਾਰਡ ਵੀ ਕੀਤੀ ਆ, ਔਰ ਰਿਕਾਰਡਿੰਗ ਜਿਹੜੀ ਆ ਉਹ ਤੁਸੀਂ ਲਮਜ਼, ਜਿਹੜਾ ਕਿ ਇੱਕ ਕਾਲਜ ਹੈ ਪਾਕਿਸਤਾਨ ਦੇ ਵਿੱਚ, ਉਹਨਾਂ ਦੀ ਵੈਬਸਾਈਟ ਤੇ ਉਪਲਬਧ ਹੈ। ਤੁਸੀਂ ਉੱਥੋਂ ਜਾ ਕੇ ਡਾਊਨਲੋਡ ਵੀ ਕਰ ਸਕਦੇ ਹੋ ਕਿ ਤੁਸੀਂ ਉਹਦਾ ਓਰੀਜਨਲ ਬਿਲਕੁਲ, ਪੀਸ ਵੀ ਸੁਣ ਸਕਦੇ ਹੋ। ਤੇ ਉਹ ਸਾਰੇ ਇਹ ਸੁਣ ਜਿਹੜੀ ਸਕਦੇ ਹੋ, ਬਿਲਕੁਲ ਸਾਰੇ ਸੁਣ ਸਕਦੇ ਆ। ਤੇ ਬਿਲਕੁਲ ਸਹੀ। ਉਹਦੇ ਵਿੱਚ ਜੇ ਤੁਸੀਂ ਵੱਖ-ਵੱਖ ਲੋਕਾਂ ਨਾਲ ਜਾ ਕੇ ਗੱਲਾਂ ਕੀਤੀਆਂ, ਜਿਹੜੇ ਕਿ ਉਸ ਵੇਲੇ ਦੇ ਜਿਉਂਦੇ ਜਾਗਦੇ ਸਨ, ਉਹਨਾਂ ਨੇ ਇਸ ਚੀਜ਼ ਦਾ ਜ਼ਿਕਰ ਕੀਤਾ। ਉਹ ਭਾਵੇਂ ਸਿੱਖ ਹੋਣ, ਭਾਵੇਂ ਹਿੰਦੂ, ਭਾਵੇਂ ਮੁਸਲਿਮ, ਉਹਨਾਂ ਨੇ ਜੀ, ਉਸ ਜਿਹੜਾ ਈਵੈਂਟ ਸੀਗਾ ਮਾਸਟਰ ਤਾਰਾ ਸਿੰਘ ਦਾ, ਜਿੱਥੇ ਉਹਨਾਂ ਨੇ ਵਿਧਾਨ ਸਭਾ, ਜਾਂ ਉਸ ਵੇਲੇ ਪਤਾ ਨਹੀਂ ਕੀ ਵਿਧਾਨ ਸਭਾ ਕਹਿੰਦੇ ਸੀ, ਕਿ ਕੋਈ ਇਹ ਪੰਜਾਬ ਅਸੈਂਬਲੀ, ਪੰਜਾਬ ਲੈਜਿਸਲੇਟਿਵ ਅਸੈਂਬਲੀ, ਅਸੈਂਬਲੀ, ਪੰਜਾਬ ਲੈਜਿਸਲੇਟਿਵ ਅਸੈਂਬਲੀ, ਲੈਜਿਸਲੇਟਿਵ ਉਹਦੇ ਅਸੈਂਬਲੀ, ਜੀ, ਉਹਦੇ ਬਾਹਰ ਆ ਕੇ ਉਹਨਾਂ ਨੇ ਜੋ ਤਕਰੀਰ ਕੀਤੀ, ਜਾਂ ਨਾਲ ਉਹਨਾਂ ਦੇ ਨਾਲ ਗਿਆਨੀ ਕਰਤਾਰ ਸਿੰਘ ਸਨ, ਤੇ ਉਹ ਬਾਅਦ ਵਿੱਚ ਉਹਨਾਂ ਨੇ ਸ਼ਾਮ ਨੂੰ ਲਾਹੌਰ ਦੇ ਵਿੱਚ ਇੱਕ ਅਨਾਰਕਲੀ ਬਾਜ਼ਾਰ, ਉੱਥੇ ਜਾ ਕੇ ਵੀ ਉਹਨਾਂ ਨੇ ਤਕਰੀਰ ਕੀਤੀ। ਉਸ ਤੋਂ ਜੀ, ਮਾਹੌਲ ਬਾਅਦ ਚੋਂ ਕੁਝ ਚੇਂਜ ਖਰਾਬ ਹੋਣਾ ਹੋਇਆ। ਸ਼ੁਰੂ ਹੋਇਆ, ਤੇ ਜੀ, ਜੀ, ਉਹ ਜਿਹੜੀਆਂ ਘਟਨਾਵਾਂ ਨੇਗੀਆਂ, ਉਹਨਾਂ ਦਾ ਆਮ ਲੋਕਾਂ ਦੇ ਉੱਤੇ ਅਸਰ ਹੋਇਆ, ਯਾਨੀ ਕਿ ਉਸ ਇੱਕ ਘਟਨਾ ਦਾ। ਤੇ ਜੀ। ਤੁਸੀਂ ਕੀ ਸਮਝਦੇ ਹੋ ਕਿ ਉਹ ਮਾਸਟਰ ਤਾਰਾ ਸਿੰਘ ਦੀ ਨੇ ਅਲਫਾਜ਼ਾਂ ਵਿੱਚ ਵਰਤਣ ਦੇ ਵਿੱਚ ਕੋਤਾਹੀ ਵਰਤ ਲਈ, ਕਿ ਉਹਨਾਂ ਤੇ ਕੋਈ ਸੱਟ ਲੱਗੀ ਸੀ, ਕਿ ਜਿਹੜੇ ਸਿੱਖਾਂ ਤੇ ਕਤਲ ਹੋਏ ਨੇਗੇ ਰਾਵਲਪਿੰਡੀ ਦੇ ਏਰੀਏ ਦੇ ਵਿੱਚ, ਉਹਦੇ ਕਰਕੇ ਉਹਨਾਂ ਨੇ ਨਹੀਂ, ਇਹ ਗੱਲ ਦੱਸੀ? ਦੇਖੋ ਇਹ ਹੈਗੀ ਹੈ 3 ਮਾਰਚ ਨੂੰ, ਹਾਲੇ ਤੱਕ ਸਿੱਖ ਰਾਵਲਪਿੰਡੀ ਵਾਲਾ ਕੇਸ ਸ਼ੁਰੂ ਹੀ ਨਹੀਂ ਸੀ ਹੋਇਆ। ਨੋ, ਜੀ, ਦੈਟਸ ਨਾਟ ਜੀ, ਟਰੂ। ਓਕੇ, ਅਲਬੱਤਾ, ਜੀ, ਅਲਬੱਤਾ 24 ਫਰਵਰੀ ਨੂੰ, ਜੀ, ਅੱਛਾ 24 ਫਰਵਰੀ 1947 ਇਜ਼ ਦ ਡੇ ਆਈ ਵਾਸ ਬੋਰਨ ਇਨ ਲਾਹੌਰ। ਇਹ ਉਹੀ ਦਿਨ ਹੈਗਾ। ਜੀ, 24 ਫਰਵਰੀ ਨੂੰ ਮੁਸਲਿਮ ਲੀਗੀ ਇੱਕ ਕੀ ਕਹਿੰਦੇ ਨੇ ਮੌਬ, ਜੀ, ਉਹ ਅੰਮ੍ਰਿਤਸਰ ਵਿੱਚ ਨਾਰੇ ਲਾਉਂਦਾ ਫਿਰਦਾ ਸੀ, ਹੂੰ, लेकर रहेंगे पाकिस्तान, पाकिस्तान का मतलब क्या, ला इलाहा इल्लल्लाह। ਹੂੰ, ਜਦੋਂ ਇਹ ਸਿਵਲ ਲਾਈਨਸ ਦੇ ਕੋਲ ਆਏ ਨਾ, ਜੀ, ਥਾਣੇ ਦੇ ਕੋਲ, ਤੇ ਇੱਕ ਆਫ ਡਿਊਟੀ ਸਿੱਖ ਕਾਂਸਟੇਬਲ ਖੜਿਆ ਸੀ। ਜੀ, ਇਹਨਾਂ ਨੇ ਅੱਗੇ ਵੱਧ ਕੇ ਤੇ ਉਹਨੂੰ ਬੁਰੀ ਤਰ੍ਹਾਂ ਮਾਰ-ਮਾਰ ਕੇ ਕਤਲ ਹੀ ਕਰ ਛੱਡਿਆ। ਜੀ, ਉਹਦੇ ਬਾਅਦ ਮਾਸਟਰ ਤਾਰਾ ਸਿੰਘ ਦਾ ਇੱਕ ਬਿਆਨ ਹੈਗਾ ਹੂੰ, ਕਿ ਮੁਸਲਿਮ ਲੀਗ ਦੀ ਜਿਹੜੀ ਡਾਇਰੈਕਟ ਐਕਸ਼ਨ ਹੈ, ਇਹ ਕੋਈ ਪੋਲੀਟੀਕਲ ਐਜੀਟੇਸ਼ਨ ਨਹੀਂ ਹੈ, ਇਹ ਕਮਿਊਨਲ ਐਜੀਟੇਸ਼ਨ ਹੈ। ਜੀ, ਉਹਦੇ ਬਾਅਦ ਫਿਰ ਤੁਸੀਂ ਕਹਿ ਸਕਦੇ ਹੋ 2 ਮਾਰਚ ਨੂੰ ਰੈਜ਼ਿਗਨੇਸ਼ਨ ਆਫ, 3 ਮਾਰਚ ਨੂੰ ਮਾਸਟਰ ਤਾਰਾ ਸਿੰਘ ਦਾ ਇਹ ਬਿਆਨ। ਜੀ, 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 ਉਦੋਂ ਤੱਕ ਉਹ ਜ਼ਾਹਿਰ ਹੈ ਮਾਸਟਰ ਤਾਰਾ ਸਿੰਘ ਵੀ ਐਕਸੈਸਿਵ ਜ਼ੁਬਾਨ ਇਸਤੇਮਾਲ ਕਰ ਗਏ ਨਾ, ਬਿਲਕੁਲ, ਨਹੀਂ ਸੀ ਕਰਨੀ ਚਾਹੀਦੀ, ਹੂੰ, ਕਿਉਂਕਿ ਸਿੱਖਾਂ ਕੋਲ ਕੋਈ ਐਸੀ ਪਾਵਰ ਤੇ ਹੈ ਨਹੀਂ ਸੀ। ਪੰਜਾਬ ਦੀ ਜਿਹੜੀ ਪੁਲਿਸ ਹੈ, ਹੂੰ, 73% ਤੇ ਮੁਸਲਮਾਨ ਸੀ। ਹੂੰ। ਅੱਛਾ, ਤੁਸੀਂ ਇਸ ਤੇ ਬਾਰੇ ਵੀ ਇੱਕ ਜ਼ਿਕਰ ਕੀਤਾ ਕਿ ਜਿਹੜੀ ਇਹ ਪੁਲਿਸ ਦਾ ਰੇਸ਼ੋ ਸੀ ਨਾ ਪੰਜਾਬ ਦੇ ਵਿੱਚ, ਉਹਦੇ ਵਿੱਚ ਮੁਸਲਮਾਨਾਂ ਦੀ ਗਿਣਤੀ ਜ਼ਿਆਦਾ ਸੀ ਉਹਨਾਂ ਦੀ ਆਪਣੀ ਆਬਾਦੀ ਦੇ ਨਾਲੋਂ, ਤੇ ਹਾਂਜੀ, ਉਸ ਬਿਲਕੁਲ। ਕਰਕੇ ਵੀ ਉਹਨਾਂ ਨੂੰ ਥੋੜਾ ਜਿਹਾ ਐਜ ਮਿਲ ਗਿਆ, ਇੱਕ ਥੋੜਾ ਜਿਹਾ ਜ਼ਿਆਦਾ ਐਡਵਾਂਸ ਚੀਜ਼ਾਂ ਮਿਲ ਗਈਆਂ, ਬਿਲਕੁਲ ਮਿਲ ਗਿਆ, ਬਿਲਕੁਲ ਮਿਲ ਗਿਆ। ਜਿਹਦੇ ਕਰਕੇ ਉਹ ਜਿਹੜੇ ਮੁਸਲਿਮ, ਜਿਹੜੇ ਕੁਝ ਮੁਸਲਿਮ ਲੀਗ ਦੇ ਜੋ ਕੁਝ ਗੁੰਡੇ ਸਨ, ਉਹਨਾਂ ਨੂੰ ਕੁਝ ਰਹਿਮ ਦੀ ਨਜ਼ਰੀਏ ਦੇ ਨਾਲ ਪੁਲਿਸ ਵੱਲੋਂ ਦੇਖਿਆ ਗਿਆ, ਪੰਜਾਬ ਪੁਲਿਸ ਵੱਲੋਂ। ਰਹਿਮ ਤੋਂ ਨਹੀਂ, ਉਹਨਾਂ ਦੇ ਨਾਲ ਮਿਲ ਕੇ ਕਰਵਾਉਂਦੇ ਰਹੇ ਨੇ ਜੀ, ਕੋਈ ਰਹਿਮ ਓਕੇ, ਰੂਮ ਨਹੀਂ। ਜੀ, ਪੰਜਾਬ ਦੇਖੋ ਜੀ, ਪੰਜਾਬ ਪੁਲਿਸ 73% ਇਹ ਸਰ ਸਿਕੰਦਰ ਆਦ ਨੇ ਭਰਤੀ ਕੀਤੀ ਸੀ ਮੁਸਲਮਾਨਾਂ ਦੀ, ਜੀ, ਜਦੋਂ ਪੰਜਾਬ ਯੂਨਿਸਟ ਪਾਰਟੀ ਪਾਵਰ ਵਿੱਚ ਹੁੰਦੀ ਸੀ। ਜੀ, 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 ਲੇਕਿਨ ਜਦੋਂ ਖਿਜ਼ਰ ਹਯਾਤ ਟਿਵਾਣਾ ਦੇ ਖਿਲਾਫ ਡਾਇਰੈਕਟ ਐਕਸ਼ਨ ਹੋਇਆ, ਹੂੰ, ਤੇ ਰਿਕਾਰਡ ਇਹ ਸ਼ੋਅ ਕਰਦਾ ਹੈ ਕਿ ਜਿਹੜੇ ਉਹਨਾਂ ਦੇ ਹੇਟਰ ਅਫਸਰ ਸਨ ਨਾ, ਹੂੰ, ਉਹ ਖਿਜ਼ਰ ਹਯਾਤ ਟਿਵਾਣਾ ਤੋਂ ਜ਼ਿਆਦਾ ਮੁਸਲਿਮ ਲੀਗ ਦੇ ਸਪੋਰਟਰ ਸਨ ਦਿਲੋਂ। ਦਿਲੋਂ, ਓਕੇ, ਦੇਖੋ ਜੀ, ਉਹਨਾਂ ਨੂੰ ਲੱਗ ਰਿਹਾ ਸੀ ਸਾਡਾ ਆਪਣਾ ਮੁਲਕ ਬਣੇਗਾ, ਸਾਡੀ ਆਪਣੀ ਹਕੂਮਤ ਹੋਏਗੀ, ਹੂੰ, ਤੇ ਇੱਥੋਂ ਹਿੰਦੂ ਸਿੱਖਾਂ ਨੂੰ ਕੱਢੋ ਤੇ ਆਪਣਾ ਮੁਲਕ ਬਣਾਓ। ਆਈ ਕੈਨ ਅੰਡਰਸਟੈਂਡ ਦੈਟ। ਹੂੰ, ਲੇਕਿਨ ਜਦੋਂ ਖਿਜ਼ਰ ਨੇ ਰਿਜ਼ਾਈਨ, ਖਿਜ਼ਰ ਟਿਵਾਣਾ ਨੇ, ਤੇ ਉਦੋਂ ਫਿਰ there was the British, Sir Evan Jenkins, and the old administration, ਜੀ, ਜਿਹੜੀ ਕਿ ਮੁਸਲਮਾਨਾਂ ਦੀ 73% ਉਹਦੇ ਵਿੱਚ ਪ੍ਰੈਜ਼ੈਂਸ ਹੈ ਸੀ। ਜੀ, 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 ਤੇ 3 ਮਾਰਚ ਨੂੰ ਜਦੋਂ ਇਹ ਹੋਇਆ,
4 ਮਾਰਚ ਨੂੰ ਲਾਹੌਰ ਦੇ ਵਿੱਚ ਫਿਰ ਗੋਲੀ ਚੱਲਣੀ ਸ਼ੁਰੂ ਹੋ ਗਈ। ਮੁਖਤਲਿਫ ਇਲਾਕਿਆਂ 'ਚ ਛੁਰੀਆਂ ਨਾਲ ਮਾਰਨਾ ਸ਼ੁਰੂ ਕਰਤਾ, ਅੱਗਾਂ ਲਾਣੀ ਸ਼ੁਰੂ ਕਰਤੀਆਂ। 4 ਮਾਰਚ ਨੂੰ ਹੀ ਅੰਮ੍ਰਿਤਸਰ 'ਚ ਸ਼ੁਰੂ ਹੋ ਗਿਆ। ਜੀ 5 ਮਾਰਚ ਨੂੰ ਮੁਲਤਾਨ ਦੇ ਵਿੱਚ ਹਿੰਦੂਆਂ ਦੇ ਉੱਤੇ ਹਮਲੇ ਹੋਏ। ਉੱਥੇ ਹਿੰਦੂ ਬਹੁਤ ਸਨ, ਸਿੱਖ ਬਹੁਤ ਥੋੜੇ ਸਨ। ਜੀ ਔਰ 5 ਮਾਰਚ ਨੂੰ ਰਾਵਲਪਿੰਡੀ 'ਚ ਮੁਕਾਬਲਾ ਸ਼ਹਿਰ ਦੇ ਵਿੱਚ ਸ਼ੁਰੂ ਹੋ ਗਿਆ। ਉਸ ਮੁਕਾਬਲੇ 'ਚ 2 ਦਿਨ ਹਿੰਦੂ ਔਰ ਸਿੱਖਾਂ ਨੇ ਮਿਲ ਕੇ ਮੁਸਲਮਾਨਾਂ ਨੂੰ ਪੂਰਾ ਰੋਕ ਕੇ ਰੱਖਿਆ, ਜੀ ਕਿਉਂਕਿ ਉਹ ਘੱਟ ਨਹੀਂ ਸਨ ਸ਼ਹਿਰ ਦੇ ਵਿੱਚ। ਜੀ ਬਟ ਦੈਨ ਸਡਨਲੀ ਸਮਬਡੀ ਡਿਸਾਈਡਡ ਕਿ ਸ਼ਹਿਰਾਂ ਨੂੰ ਛੱਡੋ, ਇਹ ਤੇ ਡਿੰਗ ਡੋਂਗ ਬੈਟਲ ਹੋ ਗਈ ਹੈ, ਲੈਟਸ ਗੋ ਟੂ ਦ ਵਿਲੇजेस। ਜੀ ਫਿਰ ਹਜ਼ਾਰਾਂ ਵਿੱਚ ਇਹ ਲੋਕ ਗਏ ਨੇ ਟੂ ਜੀ। ਦ ਵਿਲੇजेस। ਅੱਛਾ, ਰਾਵਲਪਿੰਡੀ ਡਿਸਟ੍ਰਿਕਟ ਵਿੱਚ ਜਿਹੜੀ ਪ੍ਰੋਸਪਰਸ ਕਮਿਊਨਿਟੀ ਸੀ ਨਾ, ਜੀ ਉਹ ਹਿੰਦੂਆਂ ਦੀ ਨਹੀਂ ਸੀ, ਉਹ ਸਿੱਖਾਂ ਦੀ ਸੀ। ਜੀ ਜ਼ਿਆਦਾਤਰ ਹਿੰਦੂ ਸੁਨਿਆਰੇ ਔਰ ਇਹ ਕੁਝ ਹੁੰਦੇ ਸਨ, ਮਗਰ ਵੱਡੀ ਬਿਜ਼ਨਸ, ਵੱਡਾ ਸੋਰਸਸ, ਇਹ ਸਾਰਾ ਕੁਝ ਸਿੱਖਾਂ ਦੇ ਕੋਲ ਸੀ। ਜੀ ਤੇ ਉਹ ਸਿੱਖ ਫਿਰ ਪਿੰਡ ਜਿਹੜੇ ਇਹਨਾਂ ਨੇ ਘਿਰਾਓ ਡਾਲ ਕੇ ਤੇ ਕਈ ਹਜ਼ਾਰ ਸਿੱਖ ਮਾਰੇ ਨੇ ਇਹਨਾਂ ਨੇ, ਮੁਸਲਮਾਨ ਗਰੁੱਪਾਂ ਨੇ। ਔਰ ਉਹਦੇ ਚ ਅੰਗਰੇਜ਼ਾਂ ਦਾ ਵੀ ਹੱਥ ਮੈਨੂੰ ਲੱਗਦਾ ਹੈ, ਕਿਉਂਕਿ ਇਹ ਸਾਰਾ ਕੁਝ 6 ਦੀ ਰਾਤ ਨੂੰ ਸ਼ੁਰੂ ਹੋਇਆ ਔਰ 13 ਤੱਕਰ ਜੀ ਕੋਈ ਨਾ ਫੌਜ ਆਈ ਨਾ ਪੁਲਿਸ ਆਈ ਇਹ ਚੀਜ਼ ਰੋਕਣ ਲਈ। ਹਾਲਾਂਕਿ ਇਹ ਸਾਰੇ ਪਿੰਡ ਘੰਟਾ 1.5 ਘੰਟਾ ਦੂਰ ਹੀ ਸਨ ਰਾਵਲਪਿੰਡੀ ਸ਼ਹਿਰ ਤੋਂ। ਤੁਸੀਂ ਸਪੈਸੀਫਿਕ ਪਿੰਡ ਦਾ ਨਾਮ ਲਿਆ, ਤੁਸੀਂ ਉਹ ਪਿੰਡ ਦਾ ਪੂਰਾ ਹਾਦਸਾ ਦੱਸ ਦਿਓ ਤਾਂ ਜ਼ਿਆਦਾ ਵਧੀਆ ਹੈ। ਦੇਖੋ ਜੀ, ਸਭ ਤੋਂ ਜ਼ਿਆਦਾ ਕਲੋਜ਼ ਪਿੰਡ ਜਿਹੜਾ ਮੈਂ ਦੇਖਿਆ ਉਹ ਤੇ ਹੈ ਧਮਾਲੀ। ਧਮਾਲੀ ਉਹਨੂੰ ਲਿਖਦੇ ਹੋਏ ਕਹੀਦਾ, ਧਮਾਲੀ ਬੋਲਦੇ ਹੋਏ। ਉੱਥੋਂ ਦੇ ਰਣਜੀਤ ਸਿੰਘ ਭਸੀਨ ਨਾਲ ਮੇਰੀ ਮੁਲਾਕਾਤ ਕਪੂਰਥਲੇ 'ਚ ਹੋਈ ਸੀ। ਉਹ ਬਚ ਕੇ 13-14 ਸਾਲ ਦੇ ਬੱਚੇ ਸਨ ਉਦੋਂ, ਬਚ ਕੇ ਤੇ ਉੱਥੇ ਸਨ। ਫਿਰ ਮੇਰਾ ਪਤਾ ਲੱਗਾ ਕਿ ਉਹਨਾਂ ਨੂੰ ਜਾ ਕੇ ਮੈਂ ਮਿਲਿਆ। ਦੁਕਾਨਦਾਰ ਸਨ। ਹਾਂਜੀ, ਉਹਨਾਂ ਦੇ ਪਿੰਡ ਗਿਆ ਪਹਿਲੇ। ਜੀ ਉੱਥੇ ਉਸ ਪਿੰਡ ਦੇ ਵਿੱਚ 2-3 ਘਰ ਮੁਸਲਮਾਨਾਂ ਦੇ ਸਨ। ਜੀ ਹੁਣ ਉਸ ਪਿੰਡ ਦੇ ਵਿੱਚ ਸਾਰੇ ਕਸ਼ਮੀਰੀ ਮੁਸਲਮਾਨ ਜਿਹੜੇ ਭੱਜ ਕੇ ਆਏ ਸਨ, ਉਹਨਾਂ ਨੂੰ ਘਰ ਸਿੱਖਾਂ ਦੇ ਮਿਲ ਗਏ ਹੋਏ ਸਨ। ਜੀ ਲੇਕਿਨ ਇਹ 2-3 ਪੁਰਾਣੇ ਜਿਹੜੇ ਰਹਿਣ ਵਾਲੇ ਸਨ, ਇਹ ਹਲੇ ਵੀ ਉੱਥੇ ਹੀ ਸਨ। ਓਕੇ। ਤੇ ਉਹਨਾਂ ਦੇ 2 ਮੁੰਡੇ ਜਿਹੜੀ ਇਹਨਾਂ ਦੀ ਉਮਰ ਦੇ ਹੀ ਸਨ, ਉਹਨਾਂ ਦਾ ਬਿਆਨ ਵੀ ਹੈ ਜੇ ਕਿਤਾਬ ਵਿੱਚ। ਹਾਂਜੀ ਉਹ ਤਿੰਨੋਂ ਇੱਕੋ ਗੱਲ ਕਰਦੇ ਨੇ। ਬਿਲਕੁਲ। ਤੇ ਧਮਾਲੀ ਦੀ ਡਿਟੇਲਸ ਹੈ ਕਿ ਕਿਸ ਤਰ੍ਹਾਂ ਘੇਰਾ ਪਾਇਆ ਗਿਆ ਔਰ ਮੁਕਾਬਲਾ ਹੀ ਨਹੀਂ ਸੀ ਹੋ ਸਕਦਾ। ਮਤਲਬ ਹਿੰਦੂ ਸਿੱਖਾਂ ਕੋਲ ਤੇ ਕੋਈ ਜ਼ਿਆਦਾ ਗਨਸ ਵੀ ਨਹੀਂ ਸਨ। ਜੀ ਸੋ ਇਟ ਵਾਸ ਅ ਵੈਰੀ ਅਨਈਕੁਅਲ ਬੈਟਲ। ਔਰ ਸਿੱਖਾਂ ਨੇ ਆਪਣੀ ਔਰਤਾਂ ਨੂੰ ਖੁਦ ਵੀ ਮਾਰਿਆ, ਗਰਦਨਾਂ ਕੱਟੀਆਂ ਔਰ ਇਹ ਕੀਤੀਆਂ ਕਿ ਆਨਰ ਕਿਲਿੰਗ ਮੁਸਲਮਾਨਾਂ ਦੇ ਹੱਥ 'ਚ ਨਾ ਆ ਜਾਣ। ਇਹੀ ਚੀਜ਼ ਚੋਆ ਖਾਲਸਾ ਦੇ ਵਿੱਚ ਵੀ ਇੱਕ ਹੋਰ ਪਿੰਡ ਦੀ ਡਿਟੇਲਸ ਵੀ ਮੈਂ ਦਿੱਤੀਆਂ ਨੇ, ਲੇਕਿਨ ਧਮਾਲੀ ਦੀ ਮੈਂ ਜ਼ਿਆਦਾ ਡਿਟੇਲਸ ਦਿੱਤੀਆਂ ਨੇ। ਠੀਕ ਹੈ। ਚੋਆ ਖਾਲਸਾ ਜ਼ਿਆਦਾ ਨਾਂ ਲਿਆ ਜਾਂਦਾ ਹੈ, ਜਿਹਦਾ ਉਰਵਸ਼ੀ ਬਟਾਲਵੀ ਔਰ ਬਾਕੀਆਂ ਨੇ ਜ਼ਿਕਰ ਕੀਤਾ ਹੈ। ਉਹ ਇੱਕ ਹੋਰ ਪਿੰਡ ਹੈਗਾ, ਲੇਕਿਨ ਮੈਂ ਉੱਥੇ ਇਸ ਵਾਸਤੇ ਨਹੀਂ ਜਾ ਸਕਿਆ ਕਿ ਪਾਕਿਸਤਾਨ ਦੀ ਨਿਊਕਲੀਅਰ ਜਿਹੜੀ ਹੈ ਨਾ, ਉਹ ਸਾਰੀ ਐਸਟੈਬਲਿਸ਼ਮੈਂਟ ਉਹ ਉੱਥੇ ਵੇ ਤੇ ਉਹ ਕਿਸੇ ਨੂੰ ਬਾਹਰੋਂ ਤੋਂ ਨਹੀਂ ਆਉਣ ਦਿੰਦੇ। ਜੀ ਤੇ ਮੈਂ ਕਿਹਾ ਜੇ ਮੈਨੂੰ ਫਾੜੀ ਨਾ ਲੈਣ, ਮੈਂ ਪਾਕਿਸਤਾਨੀ origin ਤੇ ਹਾਂ, ਬਟ ਹੈ ਤੇ ਮੈਂ ਸਵੀਡਿਸ਼ ਸਿਟੀਜ਼ਨ ਨਾ, ਸੋ ਦੈਟ ਇਜ਼ ਵਾਈ ਆਈ ਡਿਡਨਟ ਗੋ देयर। ਲੇਕਿਨ ਧਮਾਲੀ ਵੀ ਜੋ ਹੋਇਆ ਬਿਲਕੁਲ ਉਹੀ ਹੋਇਆ ਜੋ ਧੋਆ ਖਾਲਸਾ 'ਚ ਹੋਇਆ, ਜੋ ਚੋਆ ਖਾਲਸਾ 'ਚ ਵੀ ਹੋਇਆ, ਔਰ ਬਾਕੀ 2-3 ਪਿੰਡਾਂ ਦਾ ਵੀ ਮੈਂ ਜ਼ਿਕਰ ਕੀਤਾ। ਸਿੱਖਾਂ ਦੇ ਮੁਤਾਬਿਕ ਉਹਨਾਂ ਦੇ 10,000 ਲੋਕ ਮਾਰ ਛੱਡੇ। ਗਵਰਨਮੈਂਟ ਫਿਗਰਸ 2004 ਜਾਂ 2008 ਹੈਗਾ, ਬਾਅਦ ਵਿੱਚ 3,000 ਤੱਕ ਚਲੇ ਗਏ, 3,000 ਤੱਕ ਅਖੀਰ 'ਚ। ਹਾਂਜੀ ਜੀ entirely ਸਿੱਖ, some Hindus, but mainly Sikhs ਮਾਰੇ ਇਹਨਾਂ ਨੇ। ਔਰ ਸੋ that is a major, ਮੇਰੀ ਆਪਣੀ ਥਿਊਰੀ ਹੈ ਕਿ ਪਾਰਟੀਸ਼ਨ ਆਫ ਪੰਜਾਬ ਦੇ ਵਿੱਚ ਸਿੱਖਾਂ ਦਾ ਇੱਕ ਬੜਾ ਵੱਡਾ ਡਾਇਲੇਮਾ ਤੇ ਹੈ ਸੀ ਨਾ। ਜੇ ਪੰਜਾਬ ਪਾਰਟੀਸ਼ਨ ਹੁੰਦਾ ਤੇ ਉਹਨਾਂ ਦੀ ਹੋਲੀ ਪਲੇਸਿਸ, ਉਹਨਾਂ ਦੀ ਪ੍ਰਾਪਰਟੀ ਹੈ, ਉਹ ਵੀ ਡਿਵਾਈਡ ਹੁੰਦੀ ਹੈ। ਜੀ ਹਿੰਦੂਆਂ ਦੇ ਕੋਲ ਤੇ ਪੂਰਾ ਹਿੰਦੁਸਤਾਨ ਹੈ, ਮੁਸਲਮਾਨਾਂ ਕੋਲ ਪੂਰਾ ਪਾਕਿਸਤਾਨ, ਇਫ ਯੂ ਵਾਂਟ ਟੂ ਡਿਸਕਸ। ਲੇਕਿਨ ਜੇ ਪੰਜਾਬ ਡਿਵਾਈਡ ਹੁੰਦਾ ਹੈ ਤੇ ਦ ਸਿੱਖਸ ਆਰ ਡਿਵਾਈਡਡ ਬਿਟਵੀਨ ਪਾਕਿਸਤਾਨ ਐਂਡ ਇੰਡੀਆ, ਇਹ ਨਹੀਂ ਹੁੰਦਾ ਹੈ ਨਾ। ਜੀ ਕੋਈ ਵੀ ਪਾਰਟੀਸ਼ਨ ਕੀਤੀ ਜਾਏ, they will be divided
ਬਿਲਕੁਲ। ਲੇਕਿਨ ਜਦੋਂ ਇਹ ਹਮਲਾ ਹੋਇਆ ਤੇ ਹੂੰ। ਆਈ ਥਿੰਕ ਦ ਸਿੱਖ ਲੀਡਰਸ਼ਿਪ ਡਿਸਾਈਡਡ ਕਿ ਜੋ ਵੀ ਹੋਏਗਾ ਅਸੀਂ ਹਿੰਦੁਸਤਾਨ ਵਿੱਚ ਰਹਾਂਗੇ, ਪੰਜਾਬ ਵਿੱਚ ਨਹੀਂ ਰਹਾਂਗੇ, ਅੱਛਾ ਇਹ ਤੁਸੀਂ ਇੱਕ ਪਾਕਿਸਤਾਨ ਵਿੱਚ ਨਹੀਂ ਰਹਾਂਗੇ, ਪਾਕਿਸਤਾਨ ਵਿੱਚ ਨਹੀਂ ਰਹਾਂਗੇ। ਜੀ, ਅੱਛਾ ਤੁਸੀਂ ਇੱਥੇ ਇੱਕ ਹੋਰ ਵੀ ਇੱਕ ਜ਼ਿਕਰ ਕੀਤਾ ਕਿ ਕਿ ਜਿਹੜੇ ਇਹ ਵੰਡ ਦੇ ਪਹਿਲੇ ਕਤਲ ਸ਼ੁਰੂ ਹੋਏ ਨੇ, ਉਹ ਸਟਾਰਟਿੰਗ ਕਿਹਨਾਂ ਨੇ ਪਹਿਲਾਂ ਕੀਤੀ? ਕਿਹੜੇ ਤਬਕੇ ਨੇ ਪਹਿਲਾਂ ਕੀਤੀ? ਜੇ ਤੁਹਾਡੇ ਤੁਸੀਂ ਇੰਨੀ ਵੱਡੀ ਇੱਕ ਬੁੱਕ ਲਿਖੀ ਆ, ਤੁਹਾਡਾ ਆਪਣਾ ਇੱਕ ਨਜ਼ਰੀਆ ਵੀ ਆ, ਤੁਸੀਂ ਇੱਕ ਬੜਾ ਵਰਕ ਵੀ ਕੀਤਾ ਇੰਨੇ ਕਿ 3 ਸਾਲ ਤੁਸੀਂ ਲਿਖਿਆ ਕਿ ਬੁੱਕ ਦੇ ਵਿੱਚ ਤੁਸੀਂ ਆਪਣਾ ਰਿਸਰਚ ਵਰਕ ਕੀਤਾ, ਕਿ ਸਭ ਤੋਂ ਪਹਿਲਾਂ ਕਿਹੜੇ ਫਿਰਕੇ ਨੇ ਇਹ ਜਿਹੜੀ ਕਤਲੋ-ਗਾਰਤ ਸ਼ੁਰੂ ਕੀਤੀ? ਫਿਰਕੇ ਤੋਂ ਕੀ ਮੁਰਾਦ ਹੈ ਤੁਹਾਡੀ? ਮੈਂ ਤਾਂ ਕਹਿ ਰਿਹਾ ਫਿਰਕੇ ਤੋਂ ਮੇਰਾ ਮੁਰਾਦ ਹੈ ਕਿ ਕਿਹੜੇ ਲੋਕਾਂ ਨੇ ਜਾਣੀ ਕਿ ਪਹਿਲਾਂ ਸ਼ੁਰੂ ਕੀਤੀ ਕਿ ਮੁਸਲਮਾਨਾਂ ਨੇ, ਓਕੇ, ਮੁਸਲਮਾਨਾਂ ਨੇ, ਓਕੇ ਮੁਸਲਮਾਨਾਂ ਨੇ ਸਟਾਰਟਿੰਗ ਕੀਤੀ। ਮੁਸਲਮਾਨਾਂ ਨੇ ਸ਼ੁਰੂ ਕੀਤਾ ਹੈ। ਪਹਿਲੇ ਹਮਲੇ ਮੁਸਲਮਾਨਾਂ ਦੇ ਹੀ ਨੇ ਓਕੇ, ਔਰ 4-5 ਮਹੀਨੇ ਤੱਕ ਮੁਸਲਮਾਨਾਂ ਦੇ ਮੈਜੋਰਿਟੀ ਇਲਾਕਿਆਂ 'ਚ ਹੀ ਹਮਲੇ ਹੁੰਦੇ ਰਹੇ ਨੇ। ਇਹ ਵੀ ਫੈਕਟ ਹੈਗਾ। ਜੀ, ਜੀ। ਅੱਛਾ ਤੇ ਇਹ ਇੱਕ ਹੋਰ ਫੈਕਟ ਅੱਗੇ ਇਹ ਆਉਂਦਾ ਕਿ ਇਹ ਇੰਨੇ ਸਿੱਖਾਂ ਤੇ ਹਮਲੇ ਹੋਏ ਜਾਂ ਹਿੰਦੂਆਂ ਤੇ ਹਮਲੇ ਹੋਏ ਉਸ ਪੀਰੀਅਡ ਦੇ ਵਿੱਚ ਜਦੋਂ ਹਜੇ ਸਿੱਖਾਂ ਨੇ ਵੀ ਬਾਅਦ 'ਚ ਕੀਤੇ, ਆਪਾਂ ਉਸ ਤੇ ਵੀ ਆਵਾਂਗੇ। ਪਰ ਜਦੋਂ ਸਿੱਖਾਂ ਦੇ ਉੱਪਰ ਅਟੈਕ ਹੋਏ ਪਹਿਲਾਂ, ਤਾਂ ਉਦੋਂ ਕੋਈ ਕਿਸੇ ਮੁਸਲਿਮ ਲੀਗ ਨੇ ਉਹਨਾਂ ਦੇ ਪੱਖ ਦੇ ਵਿੱਚ ਕੀ ਗਲਤ ਹੋਇਆ, ਕੋਈ ਕੰਡੋਲੈਂਸ ਔਰ ਕੋਈ ਏਦਾਂ ਕਿਸੇ ਨੇ ਕੋਈ ਆਪਣਾ ਬਿਆਨ ਦਿੱਤਾ? Not a single one. ਨੋਟ ਅ Not ਸਿੰਗਲ Muhammad ਵਨ। Ali Jinnah, not Muhammad Ali Jinnah, ਜੀ, not Liaquat Ali Khan, ਜੀ, not the president of Punjab Muslim League's Nawab Bamdot ਜੀ। and anyone else. ਕੋਈ ਬਿਆਨ ਨਹੀਂ ਹੈਗਾ ਪਬਲਿਕ ਵਿੱਚ, ਨੈਵਰ। ਔਰ ਇਹ ਮੈਂ ਸਮਝਣਾ ਜਿਸ ਤਰ੍ਹਾਂ ਕਾਂਗਰਸ ਨੇ ਗਲਤੀ ਕੀਤੀ ਸੀ ਨਾ, ਕੁਇਟ ਇੰਡੀਆ ਮੂਵਮੈਂਟ ਕਰਕੇ ਅੰਦਰ ਜੇਲ੍ਹ 'ਚ ਬੈਠ ਗਏ ਸਨ। ਜੀ, ਜੀ, ਜੀ। ਮੁਸਲਿਮ ਲੀਗ ਨੇ ਆਪਣੇ ਪੈਰਾਂ ਤੇ ਕੁਹਾੜੀ ਮਾਰੀ ਪੰਜਾਬ ਨੂੰ ਯੂਨਾਈਟ ਰੱਖਣ ਵਿੱਚ ਬਾਈ ਨਾਟ ਗਿਵਿੰਗ ਐਨੀ ਬਿਆਨ। ਜੇ ਓਕੇ। ਬਿਆਨ ਦੇ ਦਿੰਦੇ ਤੇ ਸਿੱਖਾਂ 'ਚ 2-3 ਓਪੀਨੀਅਨ ਸਨ। ਹੂੰ, ਹੂੰ। ਗਿਆਨੀ ਕਰਤਾਰ ਸਿੰਘ ਔਰ ਇਹ ਲੋਕ ਸਮਝਦੇ ਸਨ ਕਿ ਮੁਸਲਿਮ ਲੀਗ ਨਾਲ ਯਾਰ ਜੇ ਕੋਈ ਹੋ ਜਾਏ ਤਾਂ ਠੀਕ ਹੈ, ਅਸੀਂ ਇਹ ਪੂਰਾ ਪੰਜਾਬ ਮੁਸਲਿਮ ਲੀਗ ਦੇ ਵਿੱਚ ਆ ਜਾਏ। ਜੀ। ਲੇਕਿਨ ਜਿਹੜੇ ਬਾਕੀ ਸਨ, ਮਾਸਟਰ ਤਾਰਾ ਸਿੰਘ ਔਰ ਮਹਾਰਾਜਾ ਪਟਿਆਲਾ ਔਰ ਹੋਰ ਕਿਸਮ ਦੇ ਲੋਕ, ਹੂੰ, ਦੇ ਹੂੰ। ਵਾਂਟਡ ਟੂ ਬੀ ਇਨ ਇੰਡੀਆ ਔਰ ਇਨ ਅ ਸਿੱਖ ਸਟੇਟ। ਇਹ ਵੀ ਫਰਕ। ਓਕੇ। ਲੇਕਿਨ ਜਦੋਂ ਤੁਸੀਂ ਸਿੱਖਾਂ ਤੇ ਐਡਾ ਵੱਡਾ ਹਮਲਾ ਕਰਦੇ ਹੋ ਹੂੰ, ਹੂੰ। ਔਰ ਉਹਦੇ ਬਾਅਦ ਤੁਸੀਂ ਕੋਈ ਸਿੰਪਥੀ ਨਹੀਂ ਸ਼ੋ ਕਰਦੇ, ਯੂ ਜੀ, ਸ਼ੋ ਨਥਿੰਗ, ਜੀ। ਤੇ ਫਿਰ ਜਿਹੜੀ ਲੀਡਰਸ਼ਿਪ ਦੇ ਵਿੱਚ ਬਹਿਸ ਹੋ ਰਹੀ ਹੈ ਉਹ ਉਹਨਾਂ ਦੇ ਹੱਕ 'ਚ ਆ ਜਾਂਦੀ ਹੈ ਨਾ, ਵੀ ਆਰ ਸੇਫਰ ਇਨ ਇੰਡੀਆ ਦੈਨ ਸੇਫਰ ਇਨ ਪਾਕਿਸਤਾਨ। ਕਿਉਂ ਜੀ? ਜੀ, ਜੀ। ਫਿਰ ਇੱਕ ਅੱਗੇ ਜਾ ਕੇ ਤੁਸੀਂ ਇੱਕ ਜ਼ਿਕਰ ਕੀਤਾ ਇਸੇ ਕਿਤਾਬ ਦੇ ਵਿੱਚ ਦਿੱਲੀ ਦੇ ਵਿੱਚ, ਹੁਣ ਮੈਂ ਭੁੱਲ ਗਿਆ ਕਿ ਕਿਹੜਾ ਐਡਰੈਸ ਵੀ ਤੁਸੀਂ ਲਿਖਿਆ ਉਹ ਕਿਤਾਬ ਦੇ ਵਿੱਚ, ਕਿ ਮਿਸਟਰ ਜਿੰਨਾ ਤੇ ਪਟਿਆਲੇ ਵਾਲੇ ਰਾਜੇ ਮਹਾਰਾਜਾ ਵਿੱਚ ਮਾਸਟਰ ਤਾਰਾ ਸਿੰਘ ਇਹ ਮਿਲਦੇ ਨੇ, ਜਿੱਥੇ ਮਿਸਟਰ ਜਿੰਨਾ ਆਫਰ ਕਰਦੇ ਨੇ ਸਿੱਖਾਂ ਨੂੰ ਕਿ ਇਹ ਮੈਂ ਸਾਈਨ ਕਰਕੇ ਦੇਣ ਨੂੰ ਤਿਆਰ ਹਾਂ ਪੇਪਰ, ਤੁਸੀਂ ਇਹਦੇ ਤੇ ਜਿਹੜੇ ਵੀ ਆਪਣੀਆਂ ਮੰਗਾਂ ਲਿਖਣੀਆਂ ਚਾਹੁੰਦੇ ਹੋ ਤੁਸੀਂ ਲਿਖ ਸਕਦੇ ਹੋ। ਮੈਨੂੰ ਐਂ ਲੱਗਦਾ ਕਿ ਇਹ ਜਿਹੜੀ ਮੁਸਲਿਮ ਲੀਗ ਦੀ ਫਾਈਟ ਸੀਗੀ 1940 ਤੋਂ ਸਟਾਰਟ ਹੋਈ, ਉਹ ਤਾਂ ਟੂ ਨੇਸ਼ਨ ਥਿਊਰੀ ਕਹਿ ਰਹੇ ਆ ਕਿ ਸਾਡੀ ਨੇਸ਼ਨ ਅੱਡ ਆ ਤੇ ਅਸੀਂ ਅਲੱਗ ਰਹਿਣਾ ਆ, ਤੇ ਉਹ ਟੂ ਨੇਸ਼ਨ ਥਿਊਰੀ ਦੇ ਇਹ ਆਪੋਜ਼ਿਟ ਸੀ ਕਿ ਸਿੱਖਾਂ ਨੂੰ ਇਹ ਆਫਰ ਕਰਨਾ ਕਿ ਵੀ ਤੁਸੀਂ ਸਾਡੇ ਵਿੱਚ ਆ ਕੇ ਰਹਿ ਲਓ। ਮਤਲਬ ਕਿ ਉਹ ਜਿਹੜੀ ਚੀਜ਼ ਉਹ ਮੰਗ ਕਰ ਰਹੇ ਆ ਉਹਦੇ ਹੀ ਉਲਟ ਜਾ ਕੇ ਉਹ ਸਿੱਖਾਂ ਨੂੰ ਆਫਰ ਕਰ ਰਹੇ ਆ। ਨਹੀਂ, ਦਿਸ ਇਜ਼ ਵੈਰੀ ਇੰਟਰਸਟਿੰਗ। ਜੀ, ਜਿਨ੍ਹਾਂ ਸਾਹਿਬ ਵਾਂਟਡ a divided India, ਜੀ, and he wanted India to be divided as many times as possible. ਤਦੀ ਜੀ। ਤੇ ਡਰਾਵਿਡੀਅਨ ਲੀਡਰ ਨੂੰ ਕਿਹਾ ਤੁਸੀਂ ਡਿਮਾਂਡ ਕਰੋ ਸਿੱਖਿਸਤਾਨ, ਹੂੰ। ਸੌਰੀ ਡਰਾਵਿਡਿਸਤਾਨ, ਜੀ, ਅਸੀਂ ਜੀ। ਤੁਹਾਡੇ ਸਪੋਰਟਰ ਹਾਂ। ਜੀ, ਅੰਬੇਦਕਰ ਨੂੰ ਇਸ ਵਾਸਤੇ ਨਹੀਂ ਕਿਹਾ ਕਿ ਅੰਬੇਦਕਰ ਸ਼ੋਅ ਨਹੀਂ ਕਰ ਸਕਿਆ ਕਿਹੜੀ ਟੈਰੀਟਰੀ ਦੇ ਵਿੱਚ ਦਲਿਤ ਮੈਜੋਰਿਟੀ 'ਚ ਹਨ। ਜੀ। ਉਹਦੀ ਉਹਨਾਂ ਨੇ ਐਨ ਛੁੱਟੀ ਕਰਾਤੀ, ਠੀਕ ਹੈ। ਹੂੰ। ਤਦੀ ਅੰਬੇਦਕਰ ਲੇਟਰ ਔਨ ਟਰਨਡ ਅਗੇਂਸਟ ਇਸਲਾਮ ਐਂਡ ਯੈਸ, ਮੈਂ ਉਹਨਾਂ ਦਾ ਇੱਕ ਬੁਕਲੈਟ ਪੜ੍ਹਿਆ ਹਾਂ, ਬਾਅਦ ਵਿੱਚ ਖਿਲਾਫ ਹੋਏ ਨੇ, ਉਸ ਤੋਂ ਪਹਿਲੇ ਨਹੀਂ ਸਨ ਖਿਲਾਫ। ਹਾਂਜੀ, ਜੀ, ਜੀ। ਸਿੱਖਾਂ ਨੂੰ ਇਸ ਵਾਸਤੇ ਕਿਹਾ ਬਿਕੋਜ਼ ਹੀ ਵਾਂਟਡ ਦ ਹੋਲ ਆਫ ਪੰਜਾਬ ਇਨ ਪਾਕਿਸਤਾਨ, ਤਾਂ ਕਿ ਇੰਡੀਆ ਛੋਟਾ ਤੋਂ ਛੋਟਾ ਹੋ ਜਾਏ। ਇੱਕ ਬਦਲਾ ਵੀ ਤੇ ਸੀ ਨਾ ਜ਼ੇਨ ਵਿੱਚ। ਅੱਛਾ, ਜੀ, ਜੀ, ਜੀ। ਤੇ ਸਿੱਖਾਂ ਨੂੰ, ਮਗਰ ਵੈਰੀ ਇੰਟਰਸਟਿੰਗ ਜਿਹੜਾ ਮੈਂ ਜੇ ਤੁਸੀਂ ਜਿਨ੍ਹਾਂ ਵਾਲੀ ਕਿਤਾਬ ਵਿੱਚ ਪੜ੍ਹਿਆ, ਉਹਨਾਂ ਨੇ ਸਿੱਖਾਂ ਨੂੰ ਬਾਰ-ਬਾਰ ਕਿਹਾ ਤੁਸੀਂ ਦੱਸੋ ਕਿ ਕਿਹੜੀ ਇਲਾਕੇ 'ਚ ਸਿੱਖ ਸਟੇਟ ਹੋ ਸਕਦੀ ਹੈ। ਜੀ। ਸਿੱਖ ਸਟੇਟ ਜਿਹੜੇ ਸਿੱਖ ਚਾਹੁੰਦੇ ਸਨ, ਉਹ
ਪ੍ਰਿੰਸਲੀ ਸਟੇਟਸ ਪਲੱਸ ਲੁਧਿਆਣਾ, ਜਲੰਧਰ, ਇਹ ਇਲਾਕੇ ਸਾਰੇ। ਜੀ But the sixth state that Jinnah wanted to give them was only the princely states. ਉਹਦੀ ਵਜ੍ਹਾ ਹੈ ਕਿ ਬਾਕੀ ਸਾਰੇ ਇਲਾਕਿਆਂ 'ਚ ਤੇ ਮੁਸਲਮਾਨ ਮੈਜੋਰਿਟੀ ਸਨ as compared to the six, ਜੀ as ਜੀ compared ਬਿਲਕੁਲ to the six. ਜੀ ਜੀ ਇਸ ਵਾਸਤੇ ਸਿੱਖ ਲੀਡਰਸ਼ਿਪ ਨੇ ਨਹੀਂ ਗੱਲ ਨਹੀਂ ਮੰਨੀ ਓਕੇ ਕਿ ਜਦ ਉਹ ਕਹਿੰਦੇ ਸਨ ਕਿ ਤੁਸੀਂ ਸਿੱਖ ਸਟੇਟ ਦਾ ਦੱਸੋ ਤੇ ਸਿੱਖ ਸਟੇਟ ਤੇ ਸਿਰਫ ਪ੍ਰਿੰਸਲੀ ਸਟੇਟਸ ਬਣਦੀ ਹੈ, ਲੇਕਿਨ ਮਾਸਟਰ ਤਾਰਾ ਸਿੰਘ ਐਂਡ ਆਲ ਦੇ ਵਾਂਟਡ ਕਿ ਲਾਹੌਰ ਵੀ ਉਹਦੇ 'ਚ ਆਏ ਤੇ ਇਹ ਵੀ ਆਏ ਤੇ ਉਹ ਵੀ ਆਏ ਤੇ ਉਹਦੇ ਤੇ ਮੁਸਲਮਾਨਾਂ ਦੀ ਮੈਜੋਰਿਟੀ ਸੀ। ਇਹ ਗੱਲ ਹੈ ਜੀ। ਇੱਕ ਹਾਈਪੋਥੈਟੀਕਲ ਕੁਐਸਚਨ ਮੈਂ ਤੁਹਾਨੂੰ ਪੁੱਛ ਰਿਹਾ ਕਿ ਜੇ ਸਪੋਜ਼ ਕਰੋ ਕਿ ਜੇ ਸਿੱਖ ਮੰਨ ਜਾਂਦੇ ਪਾਕਿਸਤਾਨ ਨਾਲ ਜਾਣਾ, ਜੀ। ਸਿੱਖਾਂ ਵਾਸਤੇ ਜਿਹੜਾ ਅੱਜ ਇੱਕ ਸੈਕੂਲਰ ਇੰਡੀਆ ਦੇ ਵਿੱਚ ਰਹਿਣਾ ਜ਼ਿਆਦਾ ਵਧੀਆ ਹੈ ਕਿ ਪਾਕਿਸਤਾਨ ਦੇ ਵਿੱਚ ਇੱਕ ਇਸਲਾਮੀ ਰਾਜ ਦੇ ਵਿੱਚ ਰਹਿਣਾ ਜ਼ਿਆਦਾ ਵਧੀਆ ਹੋਣਾ ਸੀ? ਗੱਲ ਹੈ ਕਿ ਕੁਝ ਲੋਕ ਕਹਿੰਦੇ ਨੇ ਜੇ ਸਿੱਖ ਰਹਿ ਜਾਂਦੇ ਔਰ ਜਿਹੜੇ ਹਿੰਦੂ ਵੀ ਇੱਥੇ ਰਹਿੰਦੇ ਸਨ ਉਹ ਰਹਿ ਜਾਂਦੇ ਤੇ ਫਿਰ ਪਾਕਿਸਤਾਨ ਤੇ ਇਸਲਾਮਿਕ ਸਟੇਟ ਨਾ ਬਣਦਾ, ਕਿਸੇ ਕਿਸਮ ਦਾ ਸੈਕੂਲਰ ਸਟੇਟ ਬਣਦਾ। ਓਕੇ ਲੇਕਿਨ ਦ ਕੁਐਸਚਨ ਇਜ਼ ਇਫ ਦੈਟ ਇਜ਼ ਟਰੂ, ਫਿਰ ਮੁਸਲਿਮ ਲੀਗ ਦਾ ਐਫਰਟ ਹੋਣਾ ਚਾਹੀਦਾ ਸੀ ਨਾ ਕਿ ਨਾ ਹਿੰਦੂ ਭੱਜ ਕੇ ਜਾਣ ਤੇ ਨਾ ਸਿੱਖਾਂ ਨੂੰ ਭਜਾਇਆ ਜਾਏ। ਜੀ 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 ਮਗਰ ਜੇ ਤੁਸੀਂ ਸਾਰਿਆਂ ਦੇ ਨਾਲ ਹਮਲੇ ਕਰਕੇ ਭਜਾ ਛੱਡਿਆ ਤੇ ਫਿਰ ਉਹ ਤੇ ਇਸਲਾਮਿਕ ਸਟੇਟ ਹੀ ਬਣਨਾ ਸੀ ਨਾ। ਜੀ ਬਿਲਕੁਲ ਬਿਲਕੁਲ ਐਂਡ ਦ ਸਿੱਖਸ ਹੈਡ ਨੋ ਚੋਇਸ, ਕਿਉਂਕਿ ਅੰਗਰੇਜ਼ਾਂ ਨੇ ਸਿੱਖਾਂ ਨੂੰ ਤੇ ਸਟੇਟ ਨਹੀਂ ਨਾ ਦਿੱਤੀ। ਨਹੀਂ ਦਿੱਤੀ ਹਾਂਜੀ ਉਹਨਾਂ ਨੇ ਕਿਹਾ ਤੁਹਾਡੇ ਕੋਲ ਚੋਇਸ ਹੈ ਜਾਂ ਆਈਦਰ ਇੰਡੀਆ ਔਰ ਪਾਕਿਸਤਾਨ, ਸੋ ਦੇ ਚੋਜ਼ ਇੰਡੀਆ। ਹੁਣ ਤੁਸੀਂ ਕਹਿ ਸਕਦੇ ਹੋ 1984 ਵਿੱਚ ਜੋ ਸਿੱਖਾਂ ਨਾਲ ਹੋਇਆ ਤੇ ਉਹ ਮੇਬੀ ਦੈਟ ਵਾਸ ਰੋਂਗ ਡਿਸੀਜਨ, ਪਾਕਿਸਤਾਨ ਵਿੱਚ ਹੁੰਦੇ ਤੇ ਅਸੀਂ ਬਿਹਤਰ ਸਾਂ। ਇਸ ਤਰ੍ਹਾਂ ਤੇ ਹਿਸਟਰੀ ਨੂੰ ਇੰਟਰਪ੍ਰੇਟ ਕਰਨਾ ਕਿਸੇ ਤਰੀਕੇ ਨਾਲ ਵੀ ਤੁਸੀਂ ਕਰ ਸਕਦੇ ਹੋ ਨਾ। ਬਿਲਕੁਲ ਜੀ 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 incident ਜਦੋਂ ਇਹ ਤਾਂ ਹੋ ਰਿਹਾ ਸੀ ਉਦੋਂ ਤੇ ਹਮਲੇ ਹੋਏ ਨਾ। ਬਿਲਕੁਲ ਔਰ ਬਿਲਕੁਲ ਸਿੱਖਾਂ ਨੂੰ ਭੱਜਣਾ ਪਿਆ ਬਿਲਕੁਲ ਨਾ। ਬਿਲਕੁਲ ਮੈਨੂੰ ਤਾਂ ਆਪ ਇਹੀ ਪਾਕਿਸਤਾਨ ਲੱਗਦਾ ਵਿੱਚ। ਕਿ ਸਿੱਖਾਂ ਤੇ ਜਦੋਂ ਹਮਲੇ ਹੋਣੇ ਸ਼ੁਰੂ ਹੋ ਗਏ ਰਾਵਲਪਿੰਡੀ ਦੇ ਵਿੱਚ ਤੇ ਮੁਸਲਿਮ ਲੀਗ, ਜਿਵੇਂ ਤੁਸੀਂ ਦੱਸਿਆ ਕਿ ਮੁਸਲਿਮ ਲੀਗ ਦੇ ਕਿਸੇ ਵੀ ਲੀਡਰ ਨੇ ਕੋਈ ਵੀ ਉਸ ਲਈ ਕੰਡੋਲੈਂਸ ਕੁਝ ਵੀ ਜਾਰੀ ਨਹੀਂ ਕੁਛ ਕੀਤਾ, ਵੀ ਨਹੀਂ। ਉਹ ਇੱਕ Not at all. ਨੈਚੁਰਲ ਅਲਾਈ ਸੀ ਇੱਕ ਕਿ ਹਿੰਦੂਆਂ ਦਾ ਬਣਨਾ ਕਿ ਉਹ Exactly. That's what I'm saying. That's what I'm saying. ਜੀ ਇਸ ਕਰਕੇ ਉਹਨਾਂ ਇਹ ਨੇ ਲੋਕਾਂ ਨੂੰ ਸਮਝ ਅਸਲ ਵਿੱਚ ਹੋ ਰਿਹਾ ਹੈ ਕਿ ਪੰਜਾਬ ਦੀ ਅੱਜਕੱਲ ਉਹ ਸਿੱਖ ਨੈਸ਼ਨਲਿਸਟ ਹਿਸਟਰੀ ਲਿਖੀ ਜਾ ਰਹੀ ਹੈ। ਜੀ ਸਾਡੇ ਵੱਲ ਆਪਣੀ ਨੈਸ਼ਨਲਿਸਟ ਲਿਖੀ ਜਾ ਰਹੀ ਹੈ ਜੀ ਔਰ ਇੰਡੀਆ ਦੇ ਵਿੱਚ ਵੀ ਹੈ ਜਿਹੜਾ ਇੱਕ ਹਿੰਦੂ ਨੈਸ਼ਨਲਿਸਟ ਹਿਸਟਰੀ ਲਿਖੀ ਜਾ ਰਹੀ ਹੈ। ਸਾਰੇ ਫੈਕਟਸ ਦਾ ਸਤਿਆਨਾਸ਼ ਕਰ ਛੱਡਿਆ ਲੋਕਾਂ ਨੇ, ਅਪ ਐਂਡ ਡਾਊਨ ਅਪ ਐਂਡ ਡਾਊਨ ਅਪ ਐਂਡ ਡਾਊਨ। ਇਟਸ ਸੱਚ ਅਨਇੰਟੈਲੈਕਚੁਅਲ ਪੋਜੀਸ਼ਨ ਅੱਜ ਦੇ ਦਿਨਾਂ 'ਚ। ਜੀ 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 ਸੱਚ ਕੋਈ ਨਹੀਂ ਦੱਸਦਾ। ਜੀ 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 ਉਹ ਲੇਖ ਅਸੀਂ ਤੇ ਲੱਭ ਕੇ ਲੈ ਆਏ ਹਾਂ ਤੇ ਲੋਕ ਪੁੱਛਦੇ ਰਹਿੰਦੇ ਨੇ ਤੇ ਅਸੀਂ ਦੱਸਦੇ ਜਾਂਦੇ ਹਾਂ ਕਿ ਇੰਜ ਹੋਇਆ ਸੀ। ਬਿਲਕੁਲ ਜੀ ਠੀਕ ਹੈ ਇਸ਼ਤਿਆਕ ਸਾਹਿਬ ਜੀ, ਅੱਜ ਜਿਹੜਾ ਅਸੀਂ ਪ੍ਰੋਗਰਾਮ ਕੀਤਾ ਹੈ ਕਿ ਜਿਹੜੇ ਪੰਜਾਬ ਦੇ ਜਦੋਂ ਆਜ਼ਾਦੀ ਤੋਂ ਪਹਿਲਾਂ ਦੇ ਜੋ ਲਗਭਗ 50 ਸਾਲ ਦੇ ਡਾਕਟਰ ਸਾਹਿਬ ਨੇ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਉਹਨੂੰ ਐਕਸਪਲੇਨ ਕੀਤਾ। ਇਹ ਜਿਹੜੀ ਅਸੀਂ ਇੱਕ ਰਿਕਾਰਡਿੰਗ ਕੀਤੀ ਹੈ ਇੱਕ ਤਰੀਕੇ ਦਾ ਇੱਕ ਡਾਕੂਮੈਂਟ ਬਣ ਗਿਆ ਹੈ ਪੰਜਾਬੀ ਦੇ ਵਿੱਚ ਕਿ ਜਿਹਨੂੰ ਅਸੀਂ ਜਿਹੜੇ ਸੁਣਨ ਵਾਲੇ ਆ ਆਪਣੀਆਂ ਕਾਰਾਂ ਦੇ ਵਿੱਚ ਲਾ ਕੇ ਜਾਂ ਜਿਵੇਂ ਪੋਡਕਾਸਟ ਸੁਣਦੇ ਨੇ ਉਵੇਂ ਤੁਸੀਂ ਸੁਣ ਵੀ ਸਕਦੇ ਹੋ। ਤੇ ਇਹ ਡਾਕਟਰ ਸਾਹਿਬ ਦਾ ਮੈਂ ਤਹਿ ਦਿਲ ਤੋਂ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਉਹਨਾਂ ਨੇ ਆਪਣੇ ਸਮੇਂ ਵਿੱਚੋਂ ਸਮਾਂ ਦਿੱਤਾ ਤੇ ਡਾਕਟਰ ਸਾਹਿਬ ਦੇ ਨਾਲ ਇਸੇ ਹੀ ਲੜੀ ਨੂੰ ਅੱਗੇ ਤੋਰਦਿਆਂ ਹੋਇਆਂ ਕਿ ਜਦੋਂ ਹੁਣ ਪਾਰਟੀਸ਼ਨ ਤੇ ਅਸੀਂ ਪਹੁੰਚ ਚੁੱਕੇ ਹਾਂ, ਪਾਰਟੀਸ਼ਨ ਤੋਂ ਅਸੀਂ ਇੱਕ ਹੋਰ ਕਰਨਾ ਪ੍ਰੋਗਰਾਮ ਤੇ ਉਸ ਤੇ ਡਾਕਟਰ ਸਾਹਿਬ ਆਪਣੇ ਵਿਚਾਰ ਰੱਖਣਗੇ ਤੇ ਇੱਕ ਵਾਰ ਫਿਰ ਮੈਂ ਜਾਂਦਾ ਹੋਇਆ ਡਾਕਟਰ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦਾ। ਬੜੀ ਮਿਹਰਬਾਨੀ, ਬਹੁਤ ਖੁਸ਼ੀ ਹੋਈ ਤੁਹਾਡੇ ਨਾਲ ਗੱਲ ਕਰਕੇ ਔਰ ਪੰਜਾਬ ਦਾ ਜ਼ਿਕਰ ਜਦੋਂ ਵੀ ਹੋਏ ਉਦੋਂ ਹੀ ਦਿਲ ਬੜਾ ਖੁਸ਼ ਹੁੰਦਾ ਹੈ ਕਿ ਕਮ ਸੇ ਕਮ ਉਸ ਜ਼ਮਾਨੇ ਦਾ ਜਿਹੜਾ ਬੁਰਾ ਦੌਰ ਸੀ ਉਹਦੀ ਅਸੀਂ ਹਿਸਟਰੀ ਜਿੰਨਾ ਵੀ ਕਰ ਸਕਦੇ ਸਾਂ ਕਿ ਉਹ ਇੱਕ ਸਕਾਲਰਲੀ ਤਰੀਕੇ ਨਾਲ ਨਿਊਟਰਲ ਤਰੀਕੇ ਨਾਲ ਕਲਮਬੰਦ ਕੀਤੀ ਜਾਏ। ਇਟ ਸ਼ੁੱਡ ਬੀ ਇਨ ਰਿਟਨ ਫਾਰਮ, ਨਾਓ ਇਨ ਵੀਡੀਓ ਫਾਰਮ, ਉਹ ਅਸੀਂ ਕਰ ਲਈਏ। ਇਹ ਇੱਕ ਬਹੁਤ ਵੱਡੀ ਸਰਵਿਸ ਹੈ ਹਮੇਸ਼ਾ ਲਈ ਔਰ ਸਾਡੀ ਮੁਹੱਬਤ ਪੰਜਾਬ ਦੇ ਲਈ ਜਿਹੜੀ ਹੈ ਉਹਦੀ ਇੱਕ ਨਿਸ਼ਾਨੀ ਹੈ। ਬਹੁਤ ਬਹੁਤ ਮਿਹਰਬਾਨੀ ਅਮਰਿੰਦਰ ਸਿੰਘ, ਥੈਂਕ ਯੂ ਵੈਰੀ ਮਚ ਫॉर ਟੁਡੇ। ਆਲ ਦ ਬੈਸਟ।